ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਸਾਸ ਸਸੁਰ ਗੁਰ ਕੇਰੇ ਆਏ ਨਿਕਟ ਕ੍ਰੋਧ ਕੇ ਪ੍ਰੇਰੇ। ਸੰਗ ਸਲਖਣੀ ਚੱਲ ਕਰ ਆਈ ਆਸ ਬੈਠ ਕਰ ਸਾਸ ਅਲਾਈ। ਇੱਕ ਦਿਨ ਸਾਸ ਸਸੁਰ ਗੁਰ ਕੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਭਗਤ ਵਛਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਲਾਹਾ ਲੈ ਰਹੇ ਹੋ। ਜਿਵੇਂ ਆਪ ਜੀ ਨੇ ਹੁਣੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕੀਤੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਕਿ ਸਭ ਤੋਂ ਵੱਡੇ ਭਾਗ ਗੁਰੂ ਦੇ ਸਿੱਖਾਂ ਦੇ ਹੈ। ਜਿਹੜੇ ਸਿੱਖ ਗੁਰੂ ਦੇ ਆ ਕੇ ਚਰਨੀ ਪੈਂਦੇ ਹੈ ਗੁਰੂ ਦੀ ਸੰਗਤ ਕਰਦੇ ਹੈ ਉਹਨਾਂ ਦੇ ਭਾਗ ਚੰਗੇ ਆ। ਉਹ ਕਰਮਾਂ ਵਾਲੇ ਹੈਗੇ ਹੈ। ਐਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਪ ਸੰਗਤਾਂ ਦਰਸ਼ਨ ਕਰਕੇ ਸਾਧ ਸੰਗਤ ਜੀ ਆਪਣਾ ਜਨਮ ਸਫਲਾ ਕਰ ਰਹੇ ਹੋ। ਮਹਾਰਾਜ ਜੀ ਦੀ ਤੁਰ ਕੀ ਬਾਣੀ ਸੱਚ ਕੀ ਬਾਣੀ ਤੁਰ ਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹੈ। ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮਨਾਮੇ ਜਿਹੜੇ ਸਰਵਣ ਕਰਵਾਏ ਹੈ। ਆਪ ਸੰਗਤਾਂ ਨੇ ਹੁਕਮਨਾਮੇ ਸੁਣ ਕਰਕੇ ਲਾਹਾ ਲਿਆ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ,
ਜੋ ਆਪਾਂ ਪਾਵਨ ਪਵਿੱਤਰ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ ਸਰਵਣ ਕਰ ਰਹੇ ਹਾਂ, ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਐਮਨਾਬਾਦ ਤੋਂ ਚੱਲ ਕੇ ਮੌਜ ਦੇ ਮਾਲਕ ਆਪਣੇ ਨਗਰ ਸਹੁਰੇ ਨਗਰ ਪੱਖੋ ਕੇ ਰੰਧਾਵਾ ਬਟਾਲੇ ਵਿਖੇ ਆ ਗਏ, ਜਿੱਥੇ ਅਜਿੱਤੇ ਚੌਧਰੀ ਦਾ ਖੂਹ ਪੱਖੋ ਕੇ ਰੰਧਾਵਾ ਨਗਰ ਤੋਂ ਬਾਰ-ਬਾਰ ਸੋਹਣਾ ਹੈ ਸੀ, ਜਿੱਥੇ ਬੜੀ ਸੋਹਣੀ ਛਾਂ ਰੁੱਖਾਂ ਦੀ। ਐਸੀ ਥਾਵਾਂ ਨੂੰ ਦੇਖ ਕੇ ਮਹਾਰਾਜ ਬੈਠ ਕੇ ਬਿਰਾਜਮਾਨ ਹੋ ਗਏ। ਇਹਨਾਂ ਨੂੰ ਇੱਕ ਮਨੁੱਖ ਨੇ ਗੁਰੂ ਸਾਹਿਬ ਜੀ ਨੂੰ ਆਇਆ ਵੇਖਿਆ, ਭੱਜਾ ਭੱਜਾ ਹੀ ਜਿਹੜਾ ਸਤਿਗੁਰ ਜੀ ਦੇ ਸਹੁਰੇ ਮੂਲ ਚੰਦ ਕੋ ਚਲਿਆ ਗਿਆ। ਕਹਿਣ ਲੱਗਾ, ਮੂਲ ਚੰਦ ਪਟਵਾਰੀ ਜੀ, ਤੁਹਾਡਾ ਜੋ ਜਵਾਈ ਗੁਰੂ ਨਾਨਕ ਸਾਹਿਬ ਹੈ, ਜਿਹਨੂੰ ਕਾਫੀ ਸਮਾਂ ਹੋ ਗਿਆ ਨਿਕਲਿਆ ਇੱਥੋਂ ਗਿਆ ਹੋਇਆਂ, ਉਹ ਐਵੇਂ ਅਜਿੱਤੇ ਚੌਧਰੀ ਦੇ ਖੂਹ 'ਤੇ ਬਾਰ-ਬਾਰ ਬੈਠੇ ਹੋਏ। ਜਦੋਂ ਹੀ ਮੂਲ ਚੰਦ ਜੀ ਨੇ ਸੁਣਿਆ ਵੀ ਗੁਰੂ ਨਾਨਕ ਸਾਹਿਬ ਮੇਰੇ ਜਵਾਈ ਆਏ ਹੋਏ ਹੈ, ਅਜਿੱਤੇ ਚੌਧਰੀ ਨੂੰ ਨਾਲ ਲੈ ਕੇ ਇੱਥੇ ਆ ਗਿਆ। ਫਿਰ ਉਹ ਜੋ 12 ਸਾਲ ਦਾ ਗੁੱਸਾ ਭਰਿਆ ਹੋਇਆ ਸੀ ਅੰਦਰ, ਉਹ ਕੱਢਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗਾ, ਗੁਰੂ ਨਾਨਕ ਉਹ ਜਵਈਆ ਆ ਗਿਆ ਤੂੰ ਮੇਰੀ ਫੇਰ ਛਾਤੀ ਸਾੜਨ। ਕਿੰਨੇ ਸਾਲ ਹੋ ਗਏ ਐ ਘਰ ਛੱਡ ਕੇ ਚਲੇ ਗਏ ਹੋ, ਪਿੱਛੇ 2 ਬੱਚੇ ਐ, ਘਰ ਵਾਲੀ ਐ, ਫਿਰ ਖਬਰਸਾਰ ਨਹੀਂ ਲਈ ਵੀ ਕੋਈ ਹੈਗਾ ਕਿ ਜਾਂ ਨਹੀਂ ਹੈਗਾ। ਫਕੀਰਾਂ ਵਾਲਾ ਲਿਬਾਸ ਭੇਖ ਧਾਰਨ ਕੀਤਾ ਹੋਇਆ, ਤੁਸੀਂ ਤੇ ਜਮਾ ਹੀ ਜਿਹੜੀ ਹੈ ਲੱਜਿਆ ਛੱਡ ਦਿੱਤੀ ਹੈ। ਤੇ ਬਹੁਤ ਕੁਝ ਹੋਰ ਬੋਲਦੇ, ਕਹਿਣ ਲੱਗੇ ਵੀ ਅਬ ਮੇਰੇ ਜਦੋਂ ਭਰਾ ਵੇਖਣਗੇ ਐਵੇਂ ਵੀ ਤੁਹਾਨੂੰ ਭੰਗਵੇਂ ਵੇਖ ਜਿੱਦੇ, ਉਹ ਤਾਂ ਬਹੁਤ ਮੈਨੂੰ ਪੀੜਾ ਹੋਏਗੀ, ਮੈਂ ਤਾਂ ਪਹਿਲਾਂ ਹੀ ਬਹੁਤ ਦੁਖੀ ਹਾਂ। ਅਤੇ ਇਹ ਕੁਝ ਜ਼ਿਆਦਾ ਹੀ ਕੁਝ ਬੋਲੀ ਗਏ। ਅਜਿੱਤਾ ਚੌਧਰੀ ਸਿਆਣਾ ਸੀ, ਕਹਿਣ ਲੱਗਾ ਵੀ ਮੂਲ ਚੰਦ ਵੀ ਪਹਿਲਾਂ ਹੀ ਇੰਨਾ ਸਾਲ ਹੋ ਗਏ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਗਿਆ ਹੋਇਆ, ਫਿਰ ਇਹ ਮਹਾਂਪੁਰਖ ਬਹੁਤ ਮਹਾਨ ਹੈ, ਤੈਨੂੰ ਇਹਨਾਂ ਨੂੰ ਇਹੋ ਜਿਹੇ ਮਾੜੇ ਬਚਨ, ਸਖਤੀ ਦੇ ਬਚਨ ਨਹੀਂ ਕਹਿਣੇ ਚਾਹੀਦੇ। ਇਹ ਸੁਣ ਕੇ ਤੇ ਮੂਲ ਚੰਦ ਚੁੱਪ ਕਰ ਗਿਆ, ਫਿਰ ਘਰ ਚਲਾ ਗਿਆ। ਘਰ ਵਾਲੀ ਨੂੰ ਜਾ ਕੇ ਕਿਹਾ, ਜੋ ਗੁਰੂ ਜੀ ਦੀ ਸੱਸ ਚੰਦੋ ਰਾਣੀ ਹੈ, ਵੀ ਚੰਦੋ ਰਾਣੀ ਆ ਜਵਾਈ ਬਾਹਰ ਆ ਬੈਠਾ ਹੈ, ਭੋਜਨ ਤਿਆਰ ਕਰ ਉਹਨਾਂ ਵਾਸਤੇ। ਚੰਗੇ ਚੰਗੇ ਭੋਜਨ ਬਣਵਾਏ ਅਤੇ ਜਿਹੜੇ ਵਸਤਰ ਚਿੱਟੇ ਰੰਗ ਦੇ ਸੋਹਣੇ ਗ੍ਰਹਿਸਤੀਆਂ ਵਾਲੇ ਉਹ ਲੈ ਲਏ, ਅਤੇ ਜਿੱਥੇ ਮਹਾਰਾਜ ਬਿਰਾਜਮਾਨ ਹੈ ਤੇ ਖੂਹ 'ਤੇ ਫੇਰ ਆ ਗਏ। ਕਹਿਣ ਲੱਗੇ, ਉਹ ਗੁਰੂ ਨਾਨਕ ਜਵਾਈ ਆ ਭੋਜਨ ਛਕ ਲਾ, ਕੱਪੜੇ ਪਾ ਲਾ, ਉਂਝ ਤੇ ਤੂੰ ਮੈਨੂੰ ਬਹੁਤਾ ਦੁੱਖ ਦੇਣ ਵਾਲਾ ਹੀ ਹੋਇਆ ਹੈ। ਗੁਰੂ ਮਹਾਰਾਜ ਹੁਣ ਵੇਖੋ ਪ੍ਰੇਮ ਦੇ ਭੁੱਖੇ ਹੈ, ਨਾ ਤੇ ਭੋਜਨ ਦੇ ਨਾ ਕੱਪੜਿਆਂ ਦੇ। ਇਹ ਕਹਿ ਰਹੇ ਸਹੁਰਾ ਜੀ ਤੇ ਗੁਰੂ ਸਾਹਿਬ ਜੀ ਨਾ ਛਕਿਆ ਨਾ ਕੁਝ ਪਾਇਆ ਹੀ। 3 ਘੰਟੇ ਬੀਤ ਗਏ, ਇਵੇਂ ਲੰਘ ਗਏ। 3 ਘੰਟਿਆਂ ਤੋਂ ਬਾਅਦ ਵੀ ਸਤਿਗੁਰੂ ਜੀ ਨੇ ਕੁਝ ਨਹੀਂ ਮੁੱਖ 'ਚ ਪਾਇਆ, ਨਾ ਕੁਝ ਕੱਪੜਾ ਹੀ ਪਹਿਨਿਆ। ਇਹ ਕਹਿਣ ਲੱਗੇ ਵੀ ਉਹ ਗੁਰੂ ਨਾਨਕ ਅੱਜ ਉਹ ਲਿਆਂਦਾ ਕੱਪੜੇ ਪਾ ਲਾ, ਭੰਗਵੇਂ ਕੱਪੜੇ ਲਾ ਲਾ, ਕਿਉਂ ਮੇਰੀ ਖੱਜਲ ਖਵਾਰੀ ਮੇਰੇ ਸਗੇ ਸੰਬੰਧੀਆਂ 'ਚ ਕਰ ਰਿਹਾ। ਅਤੇ ਬਹੁਤ ਕੁਝ ਸਾਧ ਸੰਗਤ ਜਿਵੇਂ ਕਈ ਗਏ ਹਨ। ਅਸਲ ਵਿੱਚ ਜਿਹੜੀ ਅਗਿਆਨ ਦੀ ਅਵਸਥਾ ਹੈ ਉਹੀ ਇਹੋ ਜਿਹਾ ਕੁਝ ਬੁਲਾ ਦਿੰਦੀ ਹੈ। ਪਤਾ ਨਹੀਂ ਹੈ ਨਾ ਵੀ ਗੁਰੂ ਨਾਨਕ ਸਾਹਿਬ ਅਤੇ ਪਰਮੇਸ਼ਰ ਰੂਪ ਹੈ, ਇਹਨਾਂ ਨੂੰ ਕੀ ਸਿੱਖਿਆ ਦੇਣੀ ਹੈ, ਇਹਨਾਂ ਨੂੰ ਕੀ ਕਹਿਣਾ ਵੀ ਐਵੇਂ ਨਹੀਂ ਐਵੇਂ ਕਰੋ। ਉਹ ਬੇਸਮਝੇ ਕਰਕੇ ਬਹੁਤ ਕੁਝ ਬੋਲੀ ਜਾਂਦੇ, ਐਵੇਂ ਗੁੱਸੇ ਨਾਲ ਭਰੇ ਵਾਪਸ ਚਲੇ ਗਏ। ਅਤੇ ਜੋ ਅਜਿੱਤਾ ਚੌਧਰੀ ਹੈ ਉਹਨੂੰ ਸਤਿਗੁਰ ਜੀ ਦੀ ਉਹਨੇ ਮਹਿਮਾ ਜਾਣੀ,
ਬਟਾਲੇ ਸ਼ਹਿਰ ਦੇ ਹੋਰ ਲੋਕ ਵੀ ਆਣ ਕੇ ਮੱਥੇ ਟੇਕ ਰਹੇ ਸਨ। ਅਜਿੱਤਾ ਚੌਧਰੀ ਆਇਆ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਐਸਾ ਮੱਥਾ ਟੇਕਿਆ ਸਾਧ ਸੰਗਤ ਜੀ, 3 ਘੰਟੇ ਚਰਨਾਂ ਤੋਂ ਆਪਣਾ ਸੀਸ ਹੀ ਨਹੀਂ ਚੁੱਕਿਆ ਹੈ, ਇੱਕ ਪੈਰ ਪੂਰਾ ਹੀ। ਕੋਈ 2 ਮਿੰਟ ਨਹੀਂ, ਕੋਈ 3 ਮਿੰਟ ਨਹੀਂ, 3 ਘੰਟੇ। ਜਦੋਂ 3 ਘੰਟੇ ਆਪਣਾ ਸਿਰ ਨਹੀਂ ਤਾਂ ਚੁੱਕਿਆ, ਗੁਰੂ ਨਾਨਕ ਸਾਹਿਬ ਮੌਜ ਦੇ ਮਾਲਕ 3 ਘੰਟੇ ਅੱਗੋਂ ਕੋਈ ਬਚਨ ਨਹੀਂ ਕਿਹਾ। ਅਖੀਰੀ ਬੜੀ ਵੱਡੀ ਸ਼ਰਧਾ ਵੇਖ ਕੇ ਮੋਢਿਆਂ ਤੋਂ ਫੜ ਕੇ ਉਠਾਇਆ ਹੈ, ਕਿਹਾ ਇਹ ਪਰਮੇਸ਼ਰ ਦੇ ਪਿਆਰੇ ਤਾਂ ਆਪਣਾ ਸਿਰ ਚੁੱਕ। ਤੇ ਭਾਰੀ ਸ਼ਰਧਾ ਵੇਖ ਕੇ ਕੋਲ ਬਿਠਾ ਲਿਆ ਜਿੱਤੇ ਚੌਧਰੀ ਨੂੰ। ਫਿਰ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਅੱਗੇ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਅੰਤਰਜਾਮੀ ਹੋ, ਤੁਹਾਨੂੰ ਕੀ ਕੁਝ ਦੱਸਣਾ ਹੈ, ਕੀ ਕਹਿਣਾ ਹੈ, ਆਪ ਦੇ ਬਿਨ ਬੋਲਿਆਂ ਸਭ ਕੁਛ ਜਾਣਦਾ। ਇਸ ਕਰਕੇ ਮਹਾਰਾਜ ਤੇ ਉਹਨਾਂ ਲੋਕਾਂ ਅੱਗੇ ਗੱਲਾਂ ਰੱਖੀਆਂ ਜਾਂਦੀਆਂ, ਉਹਨਾਂ ਨੂੰ ਦੱਸੀਆਂ ਜਾਂਦੀਆਂ ਜਿਹੜੇ ਅਣਜਾਣ ਹੋਣ। ਤੁਸੀਂ ਤਾਂ ਸਭ ਕੁਝ ਜਾਣਦੇ ਹੋ, ਸਰਬ ਕਲਾ ਗਿਆਤਾ ਹੋ, ਇਸ ਮੇਰੇ ਪਿਆਰੇ ਨੂੰ ਕੀ ਚਾਹੀਦਾ ਉਹਦੇ ਤੁਹਾਨੂੰ ਸਭ ਪਤਾ। ਮਹਾਰਾਜ ਤੁਸੀਂ ਆਪਣੇ ਪਿਆਰੇ ਦਾ ਹਮੇਸ਼ਾ ਭਲਾ ਹੀ ਕਰਦੇ ਹੋ। ਇਹਦੇ ਪ੍ਰੇਮ ਭਰੇ ਬਚਨ ਸੁਣ ਕੇ ਮਹਾਰਾਜ ਬੜੇ ਪ੍ਰਸੰਨ ਹੋਏ। ਇਹਨੂੰ ਨਿਹਾਲ ਕਰਨ ਵਾਸਤੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਕਿਹਾ ਵੀ ਜਿੱਤੇ ਚੌਧਰੀ ਤੂੰ ਮੱਥਾ ਟੇਕ ਕੇ ਤੇ ਪਰਮੇਸ਼ਰ ਦਾ ਨਾਮ ਤੇ ਆ, ਵਾਹਿਗੁਰੂ ਦਾ, ਤੇਰੀ ਆਪੇ ਕਾਮਨਾ ਪੂਰੀ ਹੋ ਜਾਏਗੀ। ਇਹ ਸੁਣ ਕੇ ਤੇ ਫਿਰ ਗੁਰੂ ਜੀ ਦੇ ਚਰਨਾਂ ਨਾਲ ਲੱਗ ਗਿਆ। ਪਤਾ ਸੀ ਵੀ ਗੁਰੂ ਨਾਨਕ ਸਾਹਿਬ ਹੀ ਪਰਮਾਤਮਾ, ਹੋਰ ਕੌਣ ਪਰਮਾਤਮਾ ਹੈ। ਜਦੋਂ ਹੀ ਚਰਨਾਂ ਨਾਲ ਇਹ ਦੂਸਰੀ ਵਾਰ ਮੱਥਾ ਇਹਨੇ ਆਪਣਾ ਛੁਹਾਇਆ, ਉਸੇ ਵੇਲੇ ਅਗਿਆਨ ਨਾਸ ਹੋ ਗਿਆ। ਆਸਾ ਅੰਦੇਸਾਂ ਦੇ ਦਰਵਾਜ਼ੇ ਖੁੱਲ੍ਹ ਗਏ ਹੈ। ਅਪਰੋਕਸ਼ ਗਿਆਨ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਗਿਆ। ਇਹ ਤਾਂ ਉਹ ਅਵਸਥਾ ਹੋ ਗਈ ਜਿਵੇਂ ਮਾਨੋ ਕਿਸੇ ਨੇ ਕੰਗਾਲ ਨੇ ਮੋਹਰਾਂ ਦੀ ਭਰੀ ਥੈਲੀ ਪਾ ਲਈ ਹੋਵੇ, ਉਹ ਬੜਾ ਖੁਸ਼ ਹੁੰਦਾ, ਐਵੇਂ ਖੁਸ਼ ਹੋ ਗਿਆ। ਪ੍ਰੇਮ ਦੇ ਸਹਿਤ ਗੁਰੂ ਜੀ ਦੇ ਚਰਨਾਂ ਦੀ ਸੇਵਾ ਵਿੱਚ ਲੱਗ ਗਿਆ। ਗੁਰੂ ਸਾਹਿਬ ਜੀ ਬਟਾਲੇ ਨਗਰ ਰਹਿ ਕੇ ਬਹੁਤ ਸੰਗਤਾਂ ਨੂੰ ਨਿਹਾਲ ਕਰਤਾਰ ਸਫਲਾ ਕਰ ਰਹੇ ਹੈ। ਅਨੇਕਾਂ ਨੂੰ ਸਿੱਖੀ ਦੇ ਮਾਰਗ 'ਤੇ ਪਾ ਦਿੱਤਾ ਹੈ। ਅਤੇ ਜੋ ਗੁਰੂ ਜੀ ਦੇ ਸੱਸ ਸਹੁਰਾ ਉਹ ਜਿਵੇਂ ਅਗਿਆਨ ਵਿੱਚ ਪੁੱਠਾ ਸਿੱਧਾ ਮਹਾਰਾਜ ਜੀ ਨੂੰ ਬੋਲੀ ਗਏ, ਅਤੇ ਗੁਰੂ ਮਹਾਰਾਜ ਚੁੱਪ ਹੀ ਰਹੇ ਕਿ ਮੂਰਖੇ ਨਾਲ ਨਾ ਲੁੱਝੀਐ, ਕਿ ਮੂਰਖਾਂ ਨਾਲ ਕੀ ਲੁੱਝਣਾ ਹੈ। ਇਹ ਕੋਈ ਇੱਕ ਗੱਲ ਕਹਾਂਗੇ, ਕੋਈ 4 ਹੋਰ ਸੁਣਾਉਣਗੇ। ਗੁਰੂ ਸਾਹਿਬ ਜੀ ਚੁੱਪ ਹੀ ਕੀਤੇ ਰਹੇ, ਆਪ ਪਰਮੇਸ਼ਰ ਰੂਪ ਹੋ ਕੇ ਵੀ। ਅਤੇ ਸਾਨੂੰ ਹੀ ਇਹ ਸਿੱਖਿਆ ਦਿੱਤੀ ਹੈ ਵੀ ਭਾਈ ਜਦੋਂ ਪਰਮੇਸ਼ਰ ਦੇ ਮਾਰਗ 'ਤੇ ਚੱਲਣਾ ਹੈ ਤਾਂ ਬਹੁਤ ਔਂਕੜਾਂ ਆਉਣੀਆਂ, ਬੜੇ ਕਸ਼ਟ ਆਉਣੇ ਹੈ, ਪਰ ਆਪਣਾ ਮਾਰਗ ਨਹੀਂ ਛੱਡਣਾ। ਕਿਉਂਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਵਿਖਮ ਮਾਰਗ ਚੱਲਣਾ। ਇਹ ਰਸਤਾ ਬੜਾ ਕਠਿਨ ਹੈ ਚੱਲਣਾ। ਇਸ 'ਤੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਣਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲਹੁ ਨਿੱਕੀ, ਏਤ ਮਾਰਗ ਜਾਣਾ। ਐਵੇਂ ਸਾਧ ਸੰਗਤ ਜੀ ਭਾਵ ਭਗਤੀ ਦਾ ਰਸਤਾ ਬੜਾ ਕਠਿਨ ਹੈ। ਪਰਮੇਸ਼ਰ ਦੇ ਮਾਰਗ ਦਾ ਲੋਕ ਠੱਠੇ ਮਖੌਲ ਹਾਸੀਆਂ ਵੀ ਕਰਦੇ ਆ ਵੀ ਵੇਖੋ ਕੀ ਹਾਲ ਹੋ ਗਿਆ ਇਹਦਾ। ਲੋਕ ਗੱਲਾਂ ਵੀ ਕਰਦੇ ਆ, ਪਰ ਭਗਤ ਮਹਾਰਾਜ ਤੇ ਇਹੀ ਕਹਿੰਦੇ ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੈ। ਹੇ ਪਰਮੇਸ਼ਰ ਤੇਰੀ ਭਗਤੀ ਨਹੀਂ ਛੱਡ ਸਕਦੇ ਭਾਵੇਂ ਲੋਕ ਹੱਸਣ ਮਖੌਲ ਕਰਨ। ਸਾਡਾ ਤਾਂ ਇਹੋ ਹੀ ਤੇਰੇ ਨਾਲ ਵਾਅਦਾ ਹੈ ਵੀ ਮਹਾਰਾਜ ਸਾਡੀ ਨਿਭ ਜਾਏ। ਇਵੇਂ ਸਾਧ ਸੰਗਤ ਜੀ ਭਾਵ ਭਗਤੀ ਦੇ ਰਸਤੇ ਚੱਲਦਿਆਂ ਜਿਵੇਂ ਔਂਕੜਾਂ ਆਉਂਦੀਆਂ, ਉਸ ਦਾ ਗੁਰੂ ਸਾਹਿਬ ਜੀ ਬਿਆਨ ਕਰਦੇ ਹੋਏ ਉਹ ਪ੍ਰਸੰਗਾਂ ਰਾਹੀਂ ਸਾਨੂੰ ਸਿੱਖਿਆ ਦਿੰਦੇ ਪ੍ਰਸੰਗ ਆ ਰਹੇ ਅੱਜ। ਜਿਵੇਂ ਗੁਰੂ ਜੀ ਦੇ ਸੱਸ ਸਹੁਰਾ ਫੇਰ ਆ ਗਏ ਅਤੇ ਜਿਵੇਂ ਬੋਲ ਕਬੋਲ ਬੋਲੇ ਹੈ, ਉਹ ਕਥਾ ਅੱਜ ਆ ਰਹੀ, ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਸਾਸ ਸਸਰ ਗੁਰ ਕੇਰੇ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਦੀ ਕਥਾ ਨਿਰਾਲੀ ਹੈ ਮਹਾਰਾਜ ਦੀ। ਜੋ ਗੁਰੂ ਨਾਨਕ ਸਾਹਿਬ ਦੂਸਰਿਆਂ ਦੇ ਬਖਸ਼ਿਸ਼ਾਂ ਕਰਕੇ ਮਹਿਲ ਮਾੜੀਆਂ ਬਖਸ਼ਣ ਵਾਲੇ ਮਹਾਰਾਜ, ਆਪ ਗੁਰੂ ਮਹਾਰਾਜ ਨੇ ਆਪਣਾ ਕੋਈ ਘਰ ਨਹੀਂ ਬਣਾਇਆ ਤੇ ਗੁਰੂ ਮਹਾਰਾਜ ਹੁਣ ਵੀ ਕਿੰਨੇ ਦਿਨ ਲੰਘ ਗਏ ਇੱਥੇ ਬਟਾਲੇ ਆਇਆ। ਜਿੱਥੇ ਖੂਹ ਹੈ ਅਜਿੱਤੇ ਚੌਧਰੀ ਦਾ, ਉੱਥੇ ਖੂਹ 'ਤੇ ਹੀ ਮਹਾਰਾਜ ਰਹਿ ਰਹੇ। ਇਹ ਸਤਿਗੁਰੂ ਜੀ ਦੀ ਕਲਾ ਹੈ। ਤੇ ਨਹੀਂ ਤੇ ਸਮਰੱਥ ਮਹਾਰਾਜ ਕੀ ਨਹੀਂ ਬਣਾ ਸਕਦੇ ਤੇ ਕੀ ਨਹੀਂ ਕਰ ਸਕਦੇ। ਪਰ ਇਹ ਸਾਧ ਸੰਗਤ ਜੀ ਮਾਰਗ ਹੀ ਐਸਾ ਹੈ, ਕਿਤਕ ਦਿਵਸ ਇਸ ਭਾਂਤ ਬਤਾਏ। ਕਿੰਨੇ ਦਿਨ ਇਸ ਤਰ੍ਹਾਂ ਲੰਘਾਏ ਹੈ। ਇੱਕ ਦਿਨ ਦੀ ਗੱਲ ਹੈ ਵੀ ਗੁਰੂ ਜੀ ਦੇ ਸੱਸ ਚੰਦੋ ਰਾਣੀ ਤੇ ਸਹੁਰਾ ਮੂਲ ਚੰਦ ਉੱਥੇ ਆ ਗਏ। ਫਿਰ ਆਏ ਨਿਕਟ ਕ੍ਰੋਧ ਕੇ ਫਰੇਰੇ। ਉਹ ਕੋਈ ਇਸ ਗੱਲੋਂ ਨਹੀਂ ਆਏ ਵੀ ਜਵਾਈ ਨੂੰ ਮਿਲਣ ਜਾਣਾ ਹੈ, ਕਿਉਂਕਿ ਸਾਧ ਸੰਗਤ ਜੀ ਸਾਡੇ ਵਾਸਤੇ ਗੁਰੂ ਮਹਾਰਾਜ, ਉਹਨਾਂ ਨੂੰ ਪਤਾ ਨਹੀਂ ਸੀ ਉਹਨਾਂ ਵਾਸਤੇ ਜਵਾਈ ਹੈ ਇਕੱਲਾ ਇੱਕ। ਤੇ ਉਹ ਤਾਂ ਕਰਕੇ ਵੀ ਪ੍ਰੇਮ ਕਰਕੇ ਨਹੀਂ ਆਏ, ਕ੍ਰੋਧ ਦੇ ਪ੍ਰੇਰੇ ਹੋਏ, ਗੁੱਸੇ ਦੇ ਭਰੇ ਹੋਏ ਨੇੜੇ ਆਏ। ਸੰਗ ਸਲਖਣੀ ਚੱਲ ਕਰ ਆਈ। ਨਾਲ ਉਹਨਾਂ ਦੀ ਪੁੱਤਰੀ ਭਾਵ ਮਾਤਾ ਸੁਲੱਖਣੀ ਵੀ ਚੱਲ ਕਰਕੇ ਆਏ ਹੈ। ਪਾਸ ਬੈਠ ਕਰ ਸਾਸ ਅਲਾਈ। ਗੁਰੂ ਜੀ ਦੇ ਕੋਲ ਜੇ ਬੈਠ ਕਰਕੇ ਤੇ ਸੱਸ ਕਹਿਣ ਲੱਗੀ, ਸੁਣ ਤੋ ਵੇ ਤੂੰ ਰਹਿਓ ਕੁਰਾਹੀ। ਸੁਣ ਵੇ ਨਾਨਕ ਜਵਾਈਆ, ਤੂੰ ਖੋਟੇ ਰਾਹ ਤੇ ਪਿਆ ਰਿਹਾ ਹੈ। ਸਦਾ ਹਮਾਰੀ ਛਾਤੀ ਦਾਹੀ। ਅੱਜੋਂ ਅਸੀਂ ਆਪਣੀ ਧੀ ਤੁਹਾਨੂੰ ਵਿਆਹ ਦਿੱਤੀ ਹੈ ਤੇ ਤੁਸੀਂ ਤੇ ਸਦਾ ਹੀ ਸਾਡੀ ਛਾਤੀ ਸਾੜੀ ਹੈ, ਛਾਤੀ ਸਾੜਦਾ ਆ ਰਿਹਾ ਹੈ। ਪੁੱਤਰਾ ਨਾ ਬਨਤਾ ਤਾਜ ਪਰਵਾਰਾ। ਆ ਵੇਖ ਆਪਣੇ ਵੱਲ ਨਾ, ਤੂੰ ਸਾਰਾ ਪਰਿਵਾਰ ਛੱਡ ਕੇ, ਦੋ ਪੁੱਤਰ ਸ਼੍ਰੀ ਚੰਦ ਲਖਮੀ ਦਾਸ ਹੀਰਿਆਂ ਵਰਗੇ ਪੁੱਤਰ ਛੱਡ ਕੇ, ਘਰ ਵਾਲੀ ਛੱਡ ਕੇ ਫਿਰਿਓ ਪਰਦੇਸ਼ਨ ਦਵਾਰਨ ਦਵਾਰਾ। ਐਵੇਂ ਪਰਦੇਸ਼ਾਂ ਵਿੱਚ ਦਰ ਦਰ ਤੇ ਫਿਰਦਾ ਰਿਹਾ ਹੈ। ਤੋ ਕਾਰਜ ਤਾ ਹਾਸਲ ਕੀਨਾ। ਇਹ ਗੁਰੂ ਨਾਨਕ ਸਾਦਾ ਜਵਾਈਆ, ਕੀ ਤੂੰ ਕਹਿੰਦੇ ਆ ਸਾਧਾਂ ਵਾਲਾ ਭੇਖ ਧਾਰ ਕੇ ਕਿਹੜਾ ਕੰਮ ਕੀਤਾ ਘਰ ਛੱਡ ਕੇ, ਕੀ ਅੱਜ ਤੱਕ ਹਾਸਲ ਕੀਤਾ ਈ। ਆਪਣਾ ਦਰਬ ਲਟਾਏ ਸੋ ਦੀਨਾ। ਜਿਹੜਾ ਸੁਲਤਾਨਪੁਰ ਮੋਦੀ ਖਾਨੇ ਦੀ ਕਿਰਤ ਕਰਕੇ ਇੰਨਾ ਪੈਸਾ ਕਮਾਇਆ ਸੀ, ਉਹ ਵੀ ਐਵੇਂ ਗਰੀਬ ਗੁਰਬਾਂ ਅਨਾਥਾਂ ਜੀ ਲਟਾ ਦਿੱਤਾ ਹੈ। ਜਗ ਕੀ ਲਾਜ ਤਜੀ ਇੱਕ ਬਾਰੀ। ਤੁਸਾਂ ਦੇ ਇੱਕੇ ਵਾਰੀ ਸੰਸਾਰ ਦੀ ਲੱਜ ਸ਼ਰਮੀ ਛੱਡ ਦਿੱਤੀ ਹੈ। ਹਮਕੋ ਸਭ ਮਹਿ ਕੀ ਨਖਵਾਰੀ। ਸਾਨੂੰ ਤੇ ਸਾਰਿਆਂ ਵਿੱਚ ਸੋ ਖੱਜਰ ਖਵਾਰੀ ਕੀਤਾ। ਲੋਕ ਹੁਣ ਟਿਚਰਾਂ ਕਰਦੇ ਵੀ ਜਵਾਈ ਕਿਹੋ ਜਿਹਾ ਮਿਲਿਆ ਹੈ। ਨਰ ਕਹਿ ਅਮਕੇ ਕੋ ਜੋ ਜਮਾਤਾ। ਆ ਲੋਕ ਪੱਖੋਂ ਕੇ ਰੰਧਾਵਾ ਦੇ ਮਿਲ ਜੁਲ ਕੇ ਟੋਲੀਆਂ ਬਣਾ ਕਹਿੰਦੇ ਆ ਵੀ ਅਮਕੇ ਫਲਾਣੇ ਦਾ ਜਵਾਈ, ਭਾ ਮੂਲ ਚੰਦ ਦਾ ਜਿਹੜਾ ਜਵਾਈ ਹੈ ਗੁਰੂ ਨਾਨਕ। ਭਾਇਓ ਫਕੀਰਾ ਤਜੇ ਤੀਯ ਤਾਤਾ। ਉਸ ਨੇ ਆਪਣੀ ਘਰਵਾਲੀ ਵੀ ਛੱਡ ਦਿੱਤੀ ਹੈ, ਪੁੱਤਰ ਵੀ ਛੱਡ ਦਿੱਤੇ ਹੈ, ਐਵੇਂ ਫਕੀਰ ਹੋ ਗਿਆ ਕੱਪੜੇ ਪਾ ਕੇ। ਸ੍ਰੀ ਨਾਨਕ ਤੂਸ਼ਨ ਵੈ ਬੈਸੇ। ਗੁਰੂ ਨਾਨਕ ਸਾਹਿਬ ਜੀ ਦੇ ਚੁੱਪ ਹੀ ਹੋ ਕੇ ਬੈਠੇ ਰਹੇ ਵੀ ਮੂਰਖੇ ਨਾਲ ਨਾ ਦੂਜੀਏ। ਮਹਾਰਾਜ ਦੇ ਆਪਣੇ ਬਚਨ ਵੀ ਮੂਰਖਾਂ ਨਾਲ ਕੀ ਬੋਲਣਾ, ਇਹਨਾਂ ਦਾ ਤੇ ਇਹੀ ਹਾਲ ਰਹਿਣਾ ਹੈ। ਸਨਮੁਖ ਬਚਨ ਭਨਿਓ ਨਹਿ ਕਾਸੇ। ਸਾਹਮਣੇ ਕੋਈ ਬਚਨ ਕਿਸੇ ਤਰ੍ਹਾਂ ਵੀ ਨਹੀਂ ਕਿਹਾ ਮਹਾਰਾਜ ਜੀ ਨੇ। ਸੁਣੀ ਅਜਿੱਤੇ ਜਬ ਅਸ ਗਾਥਾ। ਜਦੋਂ ਇੱਧਰ ਅਜਿੱਤੇ ਚੌਧਰੀ ਨੇ ਐਸੀ ਗੱਲਬਾਤ ਸੁਣੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਨਾਲ
ਆ ਸੱਸ ਸਹੁਰਾ ਦੋਵੇਂ ਝਗੜੀ ਜਾਂਦੇ ਹਨ। ਮੂਲਾ ਲੜਤ ਗੁਰੂ ਕੇ ਸਾਥਾ। ਤੇ ਮੂਲ ਚੰਦ ਵੀ ਗੁਰੂ ਸਾਹਿਬ ਦੇ ਨਾਲ ਲੜੀ ਜਾਂਦਾ ਹੈ, ਸੱਸ ਵੀ ਤਾਨੇ ਮਿਹਣੇ ਮਾਰੀ ਜਾਂਦੀ ਹੈ। ਦੌੜਿਓ ਘਰ ਤੇ ਤੂਰਨ ਆਵਾ। ਘਰ ਤੋਂ ਦੌੜਿਆ ਬੜੀ ਛੇਤੀ, ਜਿੱਥੇ ਮਹਾਰਾਜ ਬੈਠੇ ਹੋਏ ਉੱਥੇ ਆ ਗਿਆ। ਤੇਨਾ ਸੋ ਆਸ ਬਿਦ ਬਚਨ ਅਲਾਵਾ। ਗੁਰੂ ਜੀ ਦੀ ਸੱਸ ਨਾਲ ਇਸ ਤਰ੍ਹਾਂ ਅਜਿੱਤੇ ਚੌਧਰੀ ਨੇ ਬਚਨ ਕਿਹਾ, ਉੱਚੇ ਕਹਾ ਕਿਉਂ ਸੀਸ ਖਪਾਵਤਾ। ਇਹ ਚੰਦੋ ਰਾਣੀ ਕਾਹਨੂੰ ਐਵੇਂ ਉੱਚੀ ਬੋਲ ਬੋਲ ਕੇ ਤੇ ਆਪਣਾ ਸਿਰ ਖਪਾ ਰਹੀ ਹੈ? ਕਿਉਂ ਤੁਮ ਦੁਖੀ ਹੋਏ ਪਛਤਾਵਤਾ। ਕਿਉਂ ਐਵੇਂ ਦੁਖੀ ਹੋ ਕੇ ਤੇ ਪਛਤਾਵਾ ਕਰਦੇ ਸਿਰ ਤੇ ਹੱਥ ਮਾਰੀ ਜਾਂਦੇ ਹੋ? ਮਹਾਪੁਰਖ ਔਰ ਮਤ ਉਚੇਰਾ। ਤੁਹਾਨੂੰ ਪਤਾ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਤੇ ਮਹਾਨ ਪੁਰਖ ਹੈ, ਤੇ ਜਿਨ੍ਹਾਂ ਦੇ ਹਿਰਦੇ ਦਾ ਮਤਾ ਜਿਹੜਾ ਬੜਾ ਉੱਚਾ ਹੈ, ਸਿਧਾਂਤ ਬੜਾ ਉੱਚਾ ਜਿਨ੍ਹਾਂ ਦਾ। ਭੇਦ ਨਾ ਜਾਣ ਸਕੋ ਇਨਕੇਰਾ। ਇਹਨਾਂ ਦਾ ਭਾਵ ਗੁਰੂ ਨਾਨਕ ਸਾਹਿਬ ਦਾ ਤੁਸੀਂ ਨਹੀਂ ਭੇਦ ਜਾਣ ਸਕਦੇ ਵੀ ਇਹ ਮਹਾਰਾਜ ਦਾ ਤੇ ਮਤ ਬਹੁਤ ਉੱਚਾ ਹੈ ਤੇ ਪਰਮੇਸ਼ਰ ਰੂਪ ਹੈ, ਤੇ ਤੁਸੀਂ ਅਗਿਆਨੀ ਲੋਕ ਕਿਵੇਂ ਜਾਣੋ ਇਹਨਾਂ ਨੂੰ? ਬਿਨਾ ਹੇਤ ਤੇ ਆਨ ਅਕਾਵਤ। ਐਵੇਂ ਕਿਸੇ ਬਿਨਾ ਕਾਰਨੇ ਬਿਨਾ ਗੱਲ ਤੇ ਆਣ ਕੇ ਤੇ ਇਹਨਾਂ ਨੂੰ ਅਕਾਉਂਦੇ ਹੋ, ਤੰਗ ਕਰਦੇ ਹੋ। ਇਹ ਨਹ ਤੁਮ ਕੋ ਕਛੂ ਦਿਖਾਵਤ। ਤੁਸੀਂ ਥੋੜਾ ਧਿਆਨ ਨਾਲ ਵੇਖੋ ਨਾ ਵੀ ਗੁਰੂ ਨਾਨਕ ਸਾਹਿਬ ਦੇ ਤੁਹਾਨੂੰ ਨਹੀਂ ਨਾ ਕੁਝ ਦੁੱਖ ਦਿੰਦੇ। ਹੁਣ ਤੁਸੀਂ ਕਿੰਨਾ ਕੁਝ ਕਹੀ ਜਾ ਰਹੇ ਹੋ, ਕਿੰਨੇ ਦਿਨ ਹੋ ਗਏ ਹੈ, ਅੱਗੋਂ ਤੁਹਾਨੂੰ ਉਹ ਤਾਂ ਨਹੀਂ ਨਾ ਕੁਝ ਕਹਿੰਦੇ, ਉਹ ਸਗੋਂ ਚੁੱਪ ਕੀਤੇ ਹੈ, ਤੁਸੀਂ ਬੋਲੀ ਜਾਂਦੇ ਹੋ। ਨਹੀਂ ਬਿਗਾਰਤ ਕਾਰਜ ਰਾਈ। ਗੁਰੂ ਨਾਨਕ ਸਾਹਿਬ ਨੇ ਤੁਹਾਡਾ ਤੇ ਕਾਰਾਈ ਜਿੰਨਾ ਭੋਰਾ ਮਾਤਰ ਵੀ ਕੋਈ ਕੰਮ ਤਾਂ ਨਹੀਂ ਨਾ ਵਿਗਾੜਿਆ। ਕਛੂ ਨਾ ਜਾਚਤ ਤੁਮ ਟਿਕ ਜਾਈ। ਨਾ ਹੀ ਕਦੀ ਵੀ ਤੁਹਾਡੇ ਕੋਲ ਜਾ ਕੇ ਕਦੀ ਕੁਝ ਮੰਗਿਆ ਵੀ ਮੈਂ ਜਵਾਈ ਆ, ਮੈਨੂੰ ਆਹ ਦਿਓ, ਮੈਨੂੰ ਉਹ ਦਿਓ। ਨਹੀਂ ਤੇ ਜਵਾਈ ਦੇ ਕਈ ਪਵਾੜੇ ਪਾਉਂਦੇ, ਤੁਹਾਡੇ ਕੋਲ ਕੋਈ ਤੇ ਨਹੀਂ ਨਾ ਮੰਗਿਆ ਗੁਰੂ ਨਾਨਕ ਸਾਹਿਬ ਨੇ। ਕਹੋ ਕਠੋਰ ਗਿਰਾ ਦੁਖਦਾਈ। ਪਰ ਤੁਸੀਂ ਦੋਵੇਂ ਜੀ ਹਟਦੇ ਨਹੀਂ ਹੋ। ਦੁੱਖ ਦੇਣ ਵਾਲੀ ਜਿਹੜੀ ਬਾਣੀ ਬਚਨ ਸਖਤ ਕਠੋਰ ਕਹੀ ਜਾਂਦੇ ਹੋ। ਨਾਹ ਕਰੋਸ ਕਰਹੁ ਅਕਲਾਈ। ਤੇ ਐਵੇਂ ਬਿਨਾ ਕਾਰਨੀ ਵਿਆਕਲ ਹੋਏ, ਤੰਗ ਹੋਏ ਤੇ ਗੁੱਸਾ ਇਹਨਾਂ ਤੇ ਕੱਢੀ ਜਾਂਦੇ ਹੋ, ਕਰੀ ਜਾਂਦੇ ਹੋ। ਭਇਓ ਫਕੀਰ ਬਿਰਖਤ ਮਨ ਮਾਹੀ। ਗੁਰੂ ਨਾਨਕ ਸਾਹਿਬ ਤੇ ਮਨ ਵਿੱਚ ਤਿਆਗੀ ਹੋ ਕੇ, ਕਿ ਤਿਆਗੀ ਜਦੋਂ ਹੋ ਗਏ ਤੇ ਤਾਂ ਉਹ ਫਕੀਰ ਹੋ ਗਏ ਹਨ। ਅਬ ਤੁਮ ਕਾਜ ਰਹਿਓ ਕੋ ਨਾਹੀ। ਇਸ ਕਰਕੇ ਚੰਦੋ ਰਾਣੀ ਮੂਲ ਚੰਦ ਵੀ ਹੁਣ ਤੁਹਾਡੇ ਨਾਲ ਤੇ ਕੋਈ ਕੰਮ ਨਹੀਂ ਨਾ ਉਹਨਾਂ ਦਾ ਰਹਿ ਗਿਆ। ਜਦੋਂ ਹੋਈ ਤਿਆਗੀ ਗਏ ਫਿਰ ਤੁਹਾਡੇ ਨਾਲ ਕੀ ਕੰਮ ਉਹਨਾਂ ਦਾ? ਕਰ ਸੰਤੋਖ ਸਦਨ ਨਿਜ ਬੈਸਹੁ। ਇਸ ਕਰਕੇ ਮੇਰਾ ਕਿਆ ਹੋਇਆ ਮੰਨੋ, ਸੰਤੋਖ ਸਬਰ ਕਰਕੇ ਨਾ ਆਪਣੇ ਘਰ ਵਿੱਚ ਹੀ ਬੈਠੋ ਆਰਾਮ ਨਾਲ। ਮੁਖ ਤੇ ਬਚਨ ਕਹੋ ਨਹ ਕਸਹੁ। ਮੁੱਖੋਂ ਜਿਹੜਾ ਵੇ ਆਵਾ ਤਾਵਾ ਫਿੱਕਾ ਬੋਲੀ ਜਾਂਦੇ, ਇਹ ਮੁੱਖ ਤੋਂ ਇਹੋ ਜਿਹੇ ਕਿਸੇ ਤਰ੍ਹਾਂ ਹੀ ਬਚਨ ਨਾ ਕਹੋ ਗੁਰੂ ਨਾਨਕ ਸਾਹਿਬ ਨੂੰ। ਬੋਲਿਓ ਮੂਲਾ ਤੁਮ ਹੋ ਸਿਆਣੇ। ਮੂਲ ਚੰਦ ਉਸ ਵੇਲੇ ਬੋਲਿਆ। ਇਹ ਚੰਦੋ ਰਾਣੀ ਗੁਰੂ ਦੀ ਸੱਸ ਤੇ ਸੁਣ ਕੇ ਚੁੱਪ ਕਰ ਗਈ, ਭੂਰੀ ਜੀ ਵੱਟ ਕੇ। ਤੇ ਜੋ ਗੁਰੂ ਜੀ ਦਾ ਸਹੁਰਾ ਮੂਲ ਚੰਦ ਹੈ ਉਹ ਫਿਰ ਬੋਲਿਆ, ਕਹਿਣ ਲੱਗਾ, ਚੌਧਰੀ ਸਾਹਿਬ ਆ ਤੁਸੀਂ ਵੀ ਤੇ ਸਿਆਣੇ ਹੀ ਹੋ ਨਾ। ਸੁਨਹਾ ਚੌਧਰੀ ਸਭ ਵਿਦ ਜਾਣੇ। ਵੀ ਚੌਧਰੀ ਸੁਣੋ ਸਾਡਾ ਬਚਨ, ਸਭ ਤਰ੍ਹਾਂ ਨਾਲ ਤੁਸੀਂ ਵੀ ਜਾਣਦੇ ਹੀ ਹੋ ਵੀ ਗ੍ਰਸਤ ਜੀਵਨ ਕਿਵੇਂ ਨਿਭਦੇ ਹੈ। ਪ੍ਰਿਥਮਾ ਇਸ ਟਿਕ ਦਰਬ ਕਨੇਰਾ। ਇਹ ਦੱਸੀਏ ਵੀ ਪਹਿਲਾਂ ਜਦੋਂ ਇਹ ਸੁਲਤਾਨਪੁਰ ਮੋਦੀ ਖਾਨੇ ਵਿੱਚ ਕੰਮ ਕਰਦੇ ਸੀ ਤੇ ਬੜੀ ਇਹਨਾਂ ਨੂੰ ਖੱਟੀ ਸੀ, ਬਹੁਤ ਇਹਨਾਂ ਧਨ ਇਹਨਾਂ ਕੋਲ ਹੈਗਾ ਸੀ। ਦਇਓ ਲਟਾਏ ਸਰਬ ਬਿਨ ਦੇਰਾ। ਪਰ ਇਹਨਾਂ ਨੇ ਜਿੰਨਾ ਹੀ ਧਨ ਸੀ ਨਾ, ਬਿਨਾਂ ਕਿਸੇ ਦੇਰੀ ਤੋਂ ਕੁਝ ਨਹੀਂ ਵੇਖਿਆ ਵੀ ਗਾਂ ਜ਼ਿੰਦਗੀ ਕਿਵੇਂ ਲੰਘਣੀ ਹੈ, ਕਿਵੇਂ ਬੱਚੇ ਪਾਲਣੇ ਹੈ, ਘਰ ਵਾਲੀ ਨੂੰ ਕੀ ਦੇਣਾ ਹੈ। ਬਿਨਾਂ ਕਿਸੇ ਦੇਰੀ ਤੋਂ ਹੀ ਜੋ ਆਇਆ ਗਰੀਬ ਗੁਰਬਾ ਸਾਧ ਜਿਹੜੇ ਵੀ ਆਏ ਸਭ ਧਨ ਲਟਾ ਪਟਾ ਦਿੱਤਾ ਇਹਨਾਂ। ਇਤਨੀ ਗੁਣੀ ਨਾ ਨਿਜ ਮਨ ਮਾਹੀ। ਚੌਧਰੀ ਸਾਹਿਬ ਸਾਡੇ ਜਵਾਈ ਨੇ ਤੇ ਮਨ ਵਿੱਚ ਕਿਤੇ
ਇੰਨੀ ਵੀ ਨਹੀਂ ਸੁਣੀ ਸੋਚੀ ਵਿਚਾਰੀ। ਸੁਧ ਬਣਤਾ ਕਿਹ ਥਲ ਤੇ ਖਾਹੀ। ਵੀ ਮੇਰੇ 2 ਪੁੱਤਰ ਹੈ, ਮੇਰੀ ਘਰਵਾਲੀ ਹੈ, ਵੀ ਉਹ ਕਿਸ ਥਾਂ ਤੋਂ ਖਾਣਗੇ। ਇਹਨਾਂ ਨੇ ਤੇ ਕੁਝ ਸੋਚੀ ਵਿਚਾਰੀ ਨਹੀਂ ਮਨ ਵਿੱਚ। ਸਭ ਵਿਵਹਾਰ ਦਰਬ ਤੇ ਹੋਈ। ਚੌਧਰੀ ਸਾਹਿਬ ਤੁਹਾਡੀ ਵੀ ਜ਼ਿੰਦਗੀ ਲੰਘ ਰਹੀ ਹੈ। ਆ ਸਾਰੇ ਜਿਹੜੇ ਵਿਹਾਰ ਲੈਣ ਦੇਣ ਪੈਸੇ ਨਾਲ ਹੀ ਹੁੰਦੇ ਹੈ। ਆ ਪੈਸਾ ਹੋਵੇ ਤੇ ਸਾਰੇ ਵਿਹਾਰ ਕੰਮ ਕਾਜ ਸੌਰ ਜਾਂਦੇ ਐ। ਸੋ ਇਨ ਦੀਨ ਅਕਾਰਥ ਕੋਈ। ਉਹ ਜਿਹੜੇ ਪੈਸੇ ਨਾਲ ਕੰਮ ਹੋਣੇ ਆ ਉਹ ਤੇ ਇਹਨਾਂ ਨੇ ਵਿਅਰਥੀ ਗਵਾ ਦਿੱਤੇ ਐ। ਆ ਖੂਹ ਖਾਤੇ ਪਾ ਦਿੱਤਾ ਸਾਰਾ ਪੈਸਾ। ਮੋਹਰ ਤਜੀ ਜਗਤ ਕੀ ਲਾਜਾ। ਚਲੋ ਜੇ ਮਾਇਆ ਹੀ ਚਲੀ ਗਈ ਸੀ, ਘਰ ਹੀ ਬੈਠੇ ਰਹਿੰਦੇ, ਇਹਨਾਂ ਨੇ ਤੇ ਸੰਸਾਰ ਦੀ ਲੱਜਾ ਸ਼ਰਮ ਹੀ ਛੱਡ ਦਿੱਤੀ ਐ। ਵੇਖ ਫਕੀਰੀ ਤਨ ਮੈਂ ਸਾਜਾ। ਅੱਖਾਂ ਨਾਲ ਵੇਖੋ ਨਾ ਕਿਵੇਂ ਇਹਨਾਂ ਨੇ ਜਿਹੜਾ ਸਰੀਰ ਤੇ ਸਾਜ-ਬਾਜ ਫਕੀਰਾਂ ਵਾਲਾ ਧਾਰ ਲਿਆ। ਚਿੱਟੇ ਸੋਹਣੇ ਕੱਪੜੇ ਲਾ ਕੇ ਤੇ ਕੱਖਾਂ ਭੰਗਵੇਂ ਜੇ ਪਾ ਲਏ ਐ। ਪਰਦੇਸ਼ਨ ਗਮਨਿਆ ਬਹੁ ਕਾਲਾ। ਫਿਰ ਬਹੁਤ ਸਮਾਂ ਪਰਦੇਸਾਂ ਵਿੱਚ ਹੀ ਚੱਲਿਆ ਰਿਹਾ। ਅੱਜ ਕਿੰਨੇ ਸਾਲ ਹੋ ਗਏ? 12 ਸਾਲ ਤੇ ਫੇਰ ਹੋ ਗਏ ਗਿਆ ਨੂੰ। ਅਬ ਆਇਓ ਨਿਜ ਤਜਤ ਨਾ ਚਾਲਾ। ਹੁਣ ਜੇ ਇੱਥੇ ਆਈ ਗਏ ਐ ਤੇ ਆਪਣੀ ਜਿਹੜੀ ਚਾਲੀ ਰੀਤੀ ਐ, ਆ ਜਿਹੜੇ ਲੱਛਣ ਸਾਧਾਂ ਵਾਲੇ ਹਜੇ ਵੀ ਨਹੀਂ ਛੱਡਦੇ। ਬੈਠ ਸਮੀਪ ਦਹਤ ਨਿਤ ਛਾਤੀ। ਇਹ ਤੇ ਸਗੋਂ ਇੱਥੇ ਮੇਰੇ ਨਗਰ ਵਿੱਚ ਕੋਲ ਬੈਠ ਕੇ ਹਮੇਸ਼ਾ ਛਾਤੀ ਸਾੜਦੇ ਆਏ ਤੇ ਹੁਣ ਵੀ ਸਾੜ ਰਹੇ ਐ। ਇਸ ਕੀ ਚਿੰਤ ਹਮ ਹੈ ਦਿਨ ਰਾਤੀ। ਚੌਧਰੀ ਸਾਹਿਬ ਮੈਂ ਕੀ ਦੱਸਾਂ ਵੀ ਇਸ ਗੁਰੂ ਨਾਨਕ ਜਵਾਈ ਦੀ ਜਿਹੜੀ ਚਿੰਤਾ ਫਿਕਰ ਹੈ ਨਾ, ਉਹ ਤੇ ਸਾਨੂੰ ਰਾਤ ਦੇਣੀ ਵੀ ਐਵੇਂ ਕਿਵੇਂ ਪੂਰੀਆਂ ਪੈਣਗੀਆਂ। ਜੇ ਸਰੀਕ ਸਭ ਹਸੀ ਉਚਾਰਾ। ਜਿਹੜੇ ਸਾਡੇ ਸ਼ਰੀਕ ਹੈ, ਆ ਜੋ ਰਿਸ਼ਤੇਦਾਰੀਆਂ ਹੈ, ਸਭ ਹਾਸਾ ਸੁਚਾਰ ਦੇ ਵਿੱਚ ਚੰਗਾ ਜਵਾਈ ਟੱਕਰਿਆ ਇਹਨਾਂ ਨੂੰ। ਇਹ ਨਹਿ ਕਿਹ ਕੀ ਸ਼ੰਕ ਵਿਚਾਰਾ। ਤੇ ਇਹ ਸਾਡੇ ਜਵਾਈ ਗੁਰੂ ਨਾਨਕ ਤੇ ਕਿਸੇ ਦੀ ਸ਼ੰਕਾ ਹੀ ਨਹੀਂ ਵਿਚਾਰਦੇ, ਸਮਝਦੇ ਨਹੀਂ ਵੀ ਮੈਨੂੰ ਲੋਕ ਕੀ ਆਖਣਗੇ। ਬੋਹਰ ਅਜਿੱਤਾ ਬੋਲਿਓ ਬਾਣੀ। ਜੋ ਅਜਿੱਤਾ ਚੌਧਰੀ ਹੈ, ਸਾਧ ਸੰਗਤ ਜੀ ਹੁਣ ਸਾਰੇ ਦੇ ਕੋਝੇ ਨਹੀਂ ਨਾ ਹੋ ਜਾਂਦੇ। ਉਧਰ ਹੁਣ ਸੰਸਾਰਕ ਬਿਰਤੀ ਹੋਈ ਪਈ ਹੈ, ਇੱਧਰ ਕੁਝ ਮਾਲ ਨੇ ਗਿਆਨ ਰੱਖਿਆ, ਇੱਕ ਪਾਸੇ ਰੋਕਣ ਵਾਲੇ। ਅਜਿੱਤਾ ਚੌਧਰੀ ਬਚਨ ਬੋਲਿਆ। ਸੁਨੋ ਚਚਾ ਤੁਮ ਕਹਤ ਸਿਆਣੀ। ਇਹ ਚਾਚਾ ਮੂਲ ਚੰਦ ਪਟਵਾਰੀ ਜੀ ਸੁਣੋ, ਤੁਸੀਂ ਸਿਆਣੇ ਹੋ, ਠੀਕ ਕਹਿੰਦੇ ਉਂਝ ਤੇ। ਜੋ ਪ੍ਰਾਂਤ ਹੋਵੇ ਸੰਸਾਰੀ। ਵੀ ਜੋ ਤੇ ਕਹਿੰਦੇ ਐ ਵੀ ਆ ਤੁਹਾਡੀ ਗੱਲ ਵੀ ਠੀਕ ਹੈ ਵੀ ਆ ਚੀਜ਼ਾਂ ਦੀ ਲੋੜ ਹੈ, ਜ਼ਰੂਰਤਮੰਦ ਹੈ, ਅਸੀਂ ਉਹ ਵੀ ਮੰਨਦੇ ਹਾਂ। ਪਰ ਕਹਿੰਦੇ ਵੀ ਜਿਹੜਾ ਪਰੰਤੂ ਜਿਹੜਾ ਤੇ ਹੋਵੇ ਨਾ ਸੰਸਾਰੀ ਆ ਸਾਡੇ ਵਰਗਾ ਪੈਸਾ ਧੇਲਾ ਇਕੱਠਾ ਕਰਨ ਵਾਲਾ, ਤਿਸ ਕੋ ਚਾਹਤ ਸੋ ਆਸ ਵਿਵਹਾਰੀ। ਉਹਨੂੰ ਤੇ ਇਹੋ ਜਿਹੇ ਵਿਵਹਾਰ ਕਰਨੇ ਚਾਹੀਦੇ ਵੀ ਸਵੇਰੇ ਨਿਕਲ ਜਾਵੇ ਤੇ ਸ਼ਾਮਾਂ ਨੂੰ ਮੁੜੇ। ਤੇ ਉਹਦੇ ਸੰਸਾਰੀ ਲੋਕਾਂ ਦਾ ਕੰਮ ਹੈ ਮੂਲ ਚੰਦ। ਇਨ ਕੋ ਸੁਪਨੇ ਮੋਹ ਨ ਆਵੈ। ਪਰ ਜਿਨ੍ਹਾਂ ਨੂੰ ਤੂੰ ਕਹਿ ਰਿਹਾ ਤੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ, ਇਹਨਾਂ ਦੇ ਤੇ ਸੁਪਨੇ ਵਿੱਚ ਮੋਹ ਸੁਪਨੇ ਵਿੱਚ ਵੀ ਨਹੀਂ ਆਉਂਦਾ ਨੇੜੇ ਤੇੜੇ। ਰਹਤ ਆਪ ਤਸ ਜਸ ਮਨ ਭਾਵੈ। ਜਿਸ ਤਰ੍ਹਾਂ ਮਨ ਨੂੰ ਚੰਗਾ ਲੱਗਦਾ ਇਹਨਾਂ ਨੂੰ, ਉਸੇ ਤਰ੍ਹਾਂ ਹੀ ਇਹ ਆਪ ਰਹਿੰਦੇ ਹੈਗੇ। ਇਨਕੇ ਆਗਾ ਤੂਸ਼ਨ ਠਾਨਹ। ਇਸ ਕਰਕੇ ਮੂਲ ਚੰਦ ਮੈਂ ਤੇ ਇਹੀ ਕਹਾਂਗਾ ਵੀ ਤੂੰ ਸਿਆਣਾ ਹੈ, ਮੈਂ ਤੈਨੂੰ ਕੀ ਸਮਝਾਵਾਂ। ਇਹਨਾਂ ਦੇ ਅੱਗੇ ਤੇ ਚੁੱਪੀ ਸਗੋਂ ਧਾਰ ਕੇ ਰੱਖ। ਇਸ ਬਿਦ ਆਪਣਾ ਭਲਾ ਪਛਾਨਹ। ਇਸੇ ਵਿੱਚ ਹੀ ਆਪਣਾ ਭਲਾ ਪਛਾਣ ਲਓ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਕੀ ਸਮਝਾਉਣਾ ਹੈ। ਤੇ ਸਗੋਂ ਮੂਲ ਚੰਦ ਚੁੱਪ ਕੀਤਾ ਰਹੋ। ਮੂਲਾ ਕਹਿ ਨਾ ਹਾਂ ਅਬ ਕਹਾਂ। ਮੂਲ ਚੰਦ ਐਵੇਂ ਮਨ ਜਾ ਭਰ ਕੇ ਜੇ ਕਹਿਣ ਲੱਗਾ ਵੀ ਠੀਕ ਹੈ ਜਿੱਤੇ ਚੌਧਰੀ, ਤੇਰੇ ਮਗਰ ਲੱਗ ਕੇ ਹੁਣ ਮੈਂ ਨਹੀਂ ਇਹਨਾਂ ਨੂੰ ਕਹਿੰਦਾ, ਜੋ ਮਰਜ਼ੀ ਕਰਨੇ ਹੈ। ਨਿਜ ਪਰਿਵਾਰ ਸਮਾਰਾ ਚਾਹਾਂ। ਬਸ ਮੈਂ ਤੇ ਇਹੀਓ ਚਾਹੁੰਦਾ ਵਾਂ ਵੀ ਜਿਹੜਾ ਇਹਦਾ ਆਪਣਾ ਪਰਿਵਾਰ ਹੈ ਨਾ, ਭਾ ਮੇਰੀ ਲੜਕੀ ਸੁਲੱਖਣੀ ਤੇ ਜਿਹੜੇ ਆ ਲੜਕੇ ਇੱਥੇ ਸਾਡੇ ਕੋਲ ਰਹਿ ਰਹੇ,
ਇਹ ਆਪਣਾ ਪਰਿਵਾਰ ਸੰਭਾਲੇ। ਸਭ ਕੋ ਖਰਚ ਪਰਿਓ ਘਰ ਮੇਰੇ। ਆ ਸਾਰਿਆਂ ਦਾ ਜਿਹੜਾ ਖਰਚਾ ਹੈ ਮੇਰੇ ਗਲ ਪਿਆ ਹੋਇਆ ਇਹਨਾਂ ਤਿੰਨਾਂ ਚੌਹਾਂ ਜੀਆਂ ਦਾ। ਇਨ ਸੁਧ ਲਈ ਨਾ ਕਬ ਮਰਹੇਰੇ। ਮੈਂ ਕੀ ਦੱਸਾਂ ਵੀ ਇਹਦੇ ਜਿਉਂ ਗਏ ਆ ਤੇ ਮੁੜ ਕੇ ਵੇਖਿਆ ਹੀ ਨਹੀਂ ਹੈ ਵੀ ਮੇਰਾ ਕੋਈ ਪਿੱਛੇ ਹੈਗਾ ਕਿ ਨਹੀਂ ਹੈਗਾ। ਕਿਸੇ ਪਰਿਵਾਰ ਦੇ ਪੁੱਤਰਾਂ ਦੀ ਘਰਵਾਲੀ ਦੀ ਖਬਰ ਸਾਰੀ ਨਹੀਂ ਲਈ ਇਹਨਾਂ। ਸੁਦਾ ਹੋਏ ਨਾ ਇਹ ਮਮ ਭਾਖੇ। ਤੇ ਮੇਰੇ ਆਖਿਆਂ ਵੀ ਸੁਧਰ ਜਾਣ ਐਵੇਂ ਇਹ ਸਿੱਧੇ ਹੀ ਨਹੀਂ ਹੁੰਦੇ। ਨਿਤ ਟੇਢੇ ਮਾਰਗ ਪਗ ਰਾਖੇ। ਚੌਧਰੀ ਸਾਹਿਬ ਜਿੰਨਾ ਹੀ ਕਹਿਣਾ ਸਗੋਂ ਉਲਟਾ ਹਮੇਸ਼ਾ ਟੇਢੇ ਰਸਤੇ ਤੇ ਪੈਰ ਰੱਖਦੇ ਆ। ਹੁਣ ਗੁਰੂ ਸਾਹਿਬ ਜੀ ਦੇ ਟੇਢੇ ਪੈਰਾਂ ਕਰਨ ਵਾਲੇ ਨੂੰ ਸਿੱਧੇ ਕਰਦੇ ਆ। ਇੱਧਰ ਹੁਣ ਮਾਇਆ ਦਾ ਜ਼ੋਰ ਪਿਆ ਹੋਇਆ ਤੇ ਉਹ ਕਹਿੰਦੇ ਵੀ ਇਹ ਗੁਰੂ ਨਾਨਕ ਸਾਹਿਬ ਟੇਢੇ ਪੈਰ ਰੱਖਦੇ ਰਸਤਿਆਂ ਦੇ। ਦੋਹਰਾ ਸੁਨ ਮਹਤਾ ਸ੍ਰੀ ਚੰਦ ਪੁਨ। ਜੋ ਮਹਿਤਾ ਚੌਧਰੀ ਸੀ ਇਹ ਜੋ ਚੌਧਰੀ ਸੀ ਨਾ ਅਜਿੱਤਾ, ਉਹ ਕਹਿਣ ਲੱਗਾ ਵੀ ਸੁਣ ਮਹਿਤਾ, ਹੇ ਪਟਵਾਰੀ ਮੂਲ ਚੰਦ ਸੁਣ, ਅੱਜ ਜੋ ਤੇਰਾ ਸ਼੍ਰੀ ਚੰਦ ਹੈ ਦੂਜੋ ਲਖਮੀ ਦਾਸ। ਜੋ ਤੇਰਾ ਦੋਤਾ ਸ਼੍ਰੀ ਚੰਦ ਤੇ ਦੂਸਰਾ ਹੈ ਲਖਮੀ ਦਾਸ। ਦਰਨ ਬਾਸ ਤਿਨ ਕੀ ਭਈ। ਤੂੰ ਫਿਕਰ ਕਾਹਦਾ ਕਰਦਾ ਏ? ਤੇਰੇ ਦੋਵੇਂ ਦੋਤਿਆਂ ਦੀ ਵੇ ਉਮਰ ਜਵਾਨ ਹੋ ਗਈ ਐ। ਹਟ ਅਬ ਧਨ ਰਾਸ। ਇਹ ਹੁਣ ਬਹੁਤ ਧਨ ਖੱਟੇ ਕਰਨਗੇ, ਕਮਾਈ ਕਰਨਗੇ ਤੇ ਤੂੰ ਰੱਖ ਲਿਆ ਕਰੀ। ਚੌਪਈ ਤਿਨ ਕੀ ਮਾਤ ਸਸਾ ਸਮਹੇਰੀ। ਬਾਕੀ ਜੋ ਇਹ ਬਾਬਾ ਸ਼੍ਰੀ ਚੰਦ ਲਖਮੀ ਦਾਸ ਇਹਨਾਂ ਦੀ ਮਾਤਾ ਭਾਵ ਮਾਤਾ ਸੁਲੱਖਣੀ ਹੈ। ਹਾਂ ਕਰ ਹਾਂ ਤਿਹ ਸੇਵਕ ਨੇਰੀ। ਜੋ ਤਿੰਨ ਕੀ ਮਾਤ ਸੁਸਾ ਸਮਹੇਰੀ ਵੀ ਇਹਨਾਂ ਦੀ ਜੋ ਮਾਤਾ ਹੈ ਭਾਵ ਤੁਹਾਡੀ ਪੁੱਤਰੀ ਸੁਲੱਖਣੀ ਹੈ, ਉਹਨਾਂ ਨੂੰ ਤੇ ਮੈਂ ਆਪਣੀ ਭੈਣ ਸਮਾਨ ਸਮਝਦਾ ਵੇਖਦਾ ਹਾਂ। ਹਾਂ ਕਰ ਹਾਂ ਤਿਹ ਸੇਵਕ ਨੇਰੀ। ਇਸ ਕਰਕੇ ਵੀ ਜਿਹੜੀ ਉਹਨਾਂ ਦੀ ਸੇਵਾ ਬਹੁਤੀ ਹੈ ਭੈਣ ਸਮਝ ਕੇ ਮੈਂ ਕਰਾ ਲਵਾਂਗਾ। ਪਠਹੁ ਸਦਨ ਮਮ ਬਿਲਮ ਨਾ ਲਾਵਹੁ। ਮੂਲ ਚੰਦ ਜੇ ਤੂੰ ਇਹ ਗੱਲ ਕਹਿੰਦਾ ਨਾ ਵੀ ਮੇਰੇ ਟੱਬਰੇ ਗਲ ਪਿਆ ਹੋਇਆ, ਮੇਰੇ ਕੋਲ ਇਹਨਾਂ ਦਾ ਨਹੀਂ ਹੁੰਦਾ ਕੁਝ ਵੀ, ਮੈਂ ਕਿਹਦਾ ਖਰਚਾ ਚੁੱਕਾਂ, ਤੇ ਤੂੰ ਇੰਝ ਕਰ ਵੀ ਆਪਣੀ ਪੁੱਤਰੀ ਸੁਲੱਖਣੀ ਵੀ ਬਾਬਾ ਸ਼੍ਰੀ ਚੰਦ ਲਖਮੀ ਦਾਸ ਇਹਨਾਂ ਸਾਰਿਆਂ ਨੂੰ ਤੂੰ ਮੇਰੇ ਘਰ ਭੇਜ ਦੇ, ਕੋਈ ਦੇਰੀ ਨਾ ਲਾ। ਕਾਛ ਨਹਿਰ ਦੇ ਸੰਦੇਹ ਉਠਾਵਹੁ। ਕੋਈ ਵੀ ਜਿਹੜਾ ਸੰਸਾ ਨਾ ਹਿਰਦੇ ਵਿੱਚ ਨਾ ਠਾਵੇ, ਮੈਂ ਕਾਹਨੂੰ ਕੱਲਾ, ਮੈਨੂੰ ਵੀ ਲੋਕ ਆਖਣਗੇ ਮੈਂ ਤਾਂ ਉਹਨਾਂ ਨੂੰ ਭੈਣ ਸਮਝਿਆ ਮਾਤਾ ਸੁਲੱਖਣੀ ਨੂੰ। ਚਲੋ ਤੂੰ ਉੱਥੇ ਭੇਜ ਦੇ ਤੇ ਮੈਂ ਸਮਝਾਂਗਾ ਵੀ ਜਿੱਥੇ ਇੰਨੇ ਖਾਈ ਜਾਣ ਦੇ ਅੱਗੇ, ਉੱਥੇ ਜਿੱਥੇ ਦੂਜਿਆਂ ਦੇ ਪੱਕ ਦੇ ਨਾਲ ਇਹਨਾਂ ਦੇ ਵੀ ਪੱਕ ਜਾਣਗੇ। ਮੂਲਾ ਕਹਾ ਨਾ ਇਉ ਬਨਾਵੈ। ਮੂਲ ਚੰਦ ਕਹਿਣ ਲੱਗਾ ਵੀ ਪਟਵਾਰੀ ਦੇ ਮੈਂ ਵੀ ਲੱਗਾ, ਇਸ ਕਰਕੇ ਗੱਲ ਬਣ ਨਹੀਂ ਆਉਂਦੀ ਏ। ਹਮਾਰੀ ਨਿੰਦਾ ਜਗਤ ਅਲਾਵੈ। ਆ ਮੇਰੀ ਨਿੰਦਾ ਫਿਰ ਸਾਰਾ ਰੰਧਾਵਾ ਪਿੰਡੀ ਕਹੇਗਾ ਵੀ ਇਹ ਕਮਾਲ ਕਰਤੀ ਮੂਲ ਚੰਦ ਨੇ। ਆਪਣੀ ਤਨਵਾ ਹੇਤ ਆਹਾਰਾ। ਇਹ ਆਪਣੀ ਜਿਹੜੀ ਤਨਵਾ ਭਾਵ ਪੁੱਤਰੀ ਹੈ ਸੁਲੱਖਣੀ, ਉਹਦੇ ਗਾਂ ਪੁੱਤਰ ਹੈ ਦੋ, ਉਹਨਾਂ ਨੂੰ ਭੋਜਨ ਦੇਣ ਦੇ ਵਾਸਤੇ। ਪਰ ਘਰ ਪਠੀ ਕਹਿ ਸੰਸਾਰਾ। ਸੰਸਾਰ ਦੇ ਲੋਕ ਕਹਿਣਗੇ ਵੀ ਵੇਖੋ ਪਿਤਾ ਕੈਸਾ ਹੈ, ਆਪਣੀ ਧੀ ਤੇ ਦੋਹਤਿਆਂ ਨੂੰ ਪਰਾਇਆਂ ਦੇ ਘਰ ਭੇਜ ਦਿੱਤਾ ਰੋਟੀ ਦਾ ਖਰਚਾ ਨਾ ਚੁੱਕਣ ਕਰਕੇ। ਕਹਿ ਅਜਿੱਤਾ ਜੇ ਅਸ ਜਾਨਹੁ। ਹੁਣ ਅਜਿੱਤਾ ਚੌਧਰੀ ਸਿਆਣਾ ਸੀ, ਕਹਿਣ ਲੱਗਾ ਮੂਲ ਚੰਦ ਜੇ ਤੂੰ ਇਸ ਤਰ੍ਹਾਂ ਜਾਣਦਾ, ਜੇ ਤੂੰ ਏਡਾ ਸਿਆਣਾ ਹੈਗਾ ਹੈ, ਨਿਜ ਮੁਖ ਤੇ ਤੂਸ਼ਨ ਇਮਠਾਨਹੁ। ਫੇਰ ਤੂੰ ਆਪਣੇ ਮੁਖ ਤੋਂ ਚੁੱਪ ਕਿਉਂ ਨਹੀਂ ਐਵੇਂ ਧਾਰਦਾ? ਜਦੋਂ ਤੈਨੂੰ ਇਹ ਗੱਲਾਂ ਦਾ ਪਤਾ ਹੈ ਵੀ ਬੇਇੱਜ਼ਤੀ ਹੋਣੀ ਹੈ, ਇੱਜ਼ਤ ਜਾਣੀ ਹੈ, ਤੇ ਫਿਰ ਜਿਹੜੀ ਆਪਣੀ ਜ਼ੁਬਾਨ ਉੱਤੇ ਵੀ ਕੰਟਰੋਲ ਕਰਨਾ ਥੋੜਾ ਬਹੁਤ। ਕਿਆ ਇਨ ਆਗਿਆ ਜਾਏ ਬਖਾਨਾ। ਕੀ ਤੂੰ ਇਹਨਾਂ ਵੀ ਜਿੰਨਾ ਗੁਰੂ ਨਾਨਕ ਸਾਹਿਬ ਦੀ ਗੱਲ ਕਰਦਾ ਵੀ ਇਹਨਾਂ ਇਸ ਤਰ੍ਹਾਂ ਕਰ ਦਿੱਤਾ, ਉਸ ਤਰ੍ਹਾਂ ਕੀਤਾ, ਕਹਿੰਦੇ ਵੀ ਇਹ ਗੁਰੂ ਨਾਨਕ ਸਾਹਿਬ ਤੇ ਬਹੁਤ ਮਹਾਨ ਤੋਂ ਮਹਾਨ ਹੈ, ਇਹਨਾਂ ਅੱਗੇ ਵੀ ਕੀ ਕਿਹਾ ਜਾਏ ਸਾਡੇ ਵਰਗਿਆਂ ਤੋਂ। ਇਨ ਕੋ ਭੇਦ ਸੋ ਜਾਏ ਨਾ
ਜਿਨ ਕੋ ਭੇਦ ਸੋ ਜਾਏ ਨਾ ਜਾਣਿਓ। ਜਿਨ੍ਹਾਂ ਸਤਿਗੁਰੂ ਨਾਨਕ ਸਾਹਿਬ ਜੀ ਦਾ ਭੇਦ ਜਾਣਿਆ ਨਹੀਂ ਗਿਆ ਵੀ ਅੱਜ ਤੱਕ ਕੌਣ ਹਨ। ਦੁਖ ਸੁਖ ਮਹਿ ਸਮਤਾ ਇਨ ਕੇਰੀ। ਗੁਰੂ ਨਾਨਕ ਸਾਹਿਬ ਜੀ ਨੂੰ ਕੀ ਕਹਿਣਾ ਵੀ ਮਹਾਰਾਜ ਇਵੇਂ ਕਰੋ, ਇਹਨਾਂ ਦੀ ਤੇ ਦੁੱਖ ਵਿੱਚ ਵੀ ਸੁੱਖ ਵਿੱਚ ਵੀ ਇੱਕ ਹੀ ਬਰਾਬਰੀ ਹੈ। ਦੁੱਖ ਆ ਜਾਏ ਸੁੱਖ ਆ ਜਾਏ, ਇਹਨਾਂ ਨੂੰ ਇੱਕ ਹੀ ਸਮਾਨ ਹੈ। ਸਾਧ ਰੂਪ ਹੈ ਬ੍ਰਗਤ ਕਨੇਰੀ। ਇਹ ਤੇ ਬਹੁਤ ਤਕੜੇ ਵਿਰਾਗੀ ਤਿਆਗੀ ਹੈ, ਤੇ ਸਾਧੂ ਰੂਪ ਹੈ, ਪਰਮੇਸ਼ਰ ਰੂਪ ਹਨ। ਮੂਲਾ ਭਨਤ ਕਹਿ ਜਿਹ ਸਾਧੂ। ਮੂਲ ਚੰਦ ਕਹਿਣ ਲੱਗਾ ਵੀ ਉਹ ਜਿੱਤੇ ਚੌਧਰੀ, ਆ ਜਿਹੜੇ ਮੇਰੇ ਜਵਾਈ ਨੂੰ ਤੂੰ ਸਾਧੂ ਕਹਿਣਾ ਹੈ, ਇਹ ਸਮ ਕੋ ਨਾ ਕਰੈ ਅਪਰਾਧੂ। ਉਹ ਮੈਂ ਸਮਝਦਾ ਇੰਨਾ ਸਮਾਨ ਕਿਸੇ ਨੇ ਅਪਰਾਧ ਗੁਨਾਹ ਕੀਤਾ ਨਹੀਂ, ਮੈਨੂੰ ਤੇ ਦੇਸੀ ਨਹੀਂ ਰਿਹਾ ਏਡਾ ਗੁਨਾਹੀ ਵੱਡਾ। ਦੋਹਰਾ ਇਸ ਜੈਸਾ ਖੋਟਾ ਨਾ ਕੋ। ਸਾਧ ਸੰਗਤ ਜੀ ਵੇਖ ਲਓ, ਅਗਿਆਨ ਦਾ ਪਰਦਾ ਇੰਨਾ ਮਾੜਾ ਹੁੰਦਾ ਜੇ। ਆ ਸਾਡੇ ਵਰਗਿਆਂ ਨੂੰ ਕੋਈ ਗੱਲਾਂ ਕਰੀ ਜਾਵੇ ਤਾਂ ਉਹਦੀ ਕੋਈ ਗੱਲ ਹੀ ਨਹੀਂ ਹੈ, ਕੁਝ ਨਹੀਂ, ਕੀੜੇ ਵੀ ਨਹੀਂ ਹੈ ਗੰਦਗੀ ਦੇ। ਗੁਰੂ ਨਾਨਕ ਸਾਹਿਬ ਤੇ ਪਰਮਾਤਮਾ ਹੈ, ਪਰਮੇਸ਼ਰ ਆਪ ਹੈ, ਤੇ ਉਹਨਾਂ ਦੇ ਸਹੁਰਾ ਜੀ ਵੇਖ ਲਓ ਕੀ ਕੁਝ ਕਹੀ ਜਾਂਦੇ। ਉਹ ਜੋ ਕੁਝ ਮੂੰਹ 'ਚ ਆਉਂਦਾ ਬਸ ਉਸ ਅਰਲ ਬਰਲ ਮੂੰਹੋਂ ਨਿਕਲੈ, ਨਿਤ ਝੱਗੂ ਸੁੱਟਦਾ ਮੂਆ, ਵੀ ਅਰਲ ਬਰਲ ਮੂੰਹ ਨਿਕਲ ਹੀ ਜਾਂਦਾ ਹੈ। ਕਹਿੰਦੇ ਆ ਵੀ ਜਿੱਤੇ ਚੌਧਰੀ, ਇਹ ਜਿਨ੍ਹਾਂ ਨੂੰ ਤੂੰ ਸਾਧ ਕਹਿੰਦਾ, ਜਿਸ ਤਰ੍ਹਾਂ ਖੋਟਾ ਹੈ ਨਾ ਇਹ ਮੇਰਾ ਜਵਾਈ ਗੁਰੂ ਨਾਨਕ, ਨਿਤ ਛਾਤੀ ਕੀ ਅਦਾਹ। ਇਹਨਾਂ ਵਰਗਾ ਖੋਟਾ ਦੇ ਕੋਈ ਮੈਂ ਵੇਖਿਆ ਹੀ ਨਹੀਂ, ਤੇ ਇਹਨੇ ਤੇ ਹਮੇਸ਼ਾ ਮੇਰੀ ਛਾਤੀ ਸਾੜੀ ਹੈ। ਕੌਣ ਸੋ ਲੱਛਣ ਸਾਧਕੋ। ਉਹ ਤੁਸੀਂ ਦੱਸੋ ਨਾ ਵੀ ਕਿਹੜਾ ਲੱਛਣ ਹੈ ਇਹਨਾਂ ਵਿੱਚ ਸਾਧਾਂ ਵਾਲਾ। ਨਾਮ ਪਰਿਓ ਜਗ ਮਾਹੇ। ਐਵੇਂ ਸੰਸਾਰ ਦੇ ਵਿੱਚ ਢਿੰਡੋਰਾ ਪਿੱਟ ਕੇ ਰੱਖ ਦਿੱਤਾ, ਨਾਂ ਪੈ ਗਿਆ ਵੀ ਗੁਰੂ ਨਾਨਕ ਸਾਹਿਬ ਬੜਾ ਸਾਧ ਹੈ। ਕਿਹੜਾ ਲੱਛਣ ਹੈ ਵੇਖਿਆ ਤੁਸਾਂ ਨੇ ਸਾਧ ਵਾਲਾ ਇਹਨਾਂ ਵਿੱਚ। ਚੌਪਈ ਚੰਦ ਰਾਨੀ ਕਰ ਕੀ ਫੇਰਾ। ਇੱਧਰ ਤੇ ਇਹ ਗੱਲ ਕਹਿ ਕੇ ਸਹੁਰਾ ਤੇ ਚੁੱਪ ਕਰ ਗਿਆ। ਹੁਣ ਸੱਸ ਦੀ ਵਾਰੀ ਆਈ ਹੈ, ਤੇ ਚੰਦੋ ਰਾਣੀ ਗੁਰੂ ਜੀ ਦੀ ਸੱਸ ਉਹ ਕੱਢ ਕੇ ਭੜਕ ਕੇ ਬੋਲੀ ਹੈ। ਫਿਰ ਤਪਾ ਰਖਾਇਓ ਆਖਾ ਢੇਰਾ। ਕਹਿੰਦੇ ਐਵੇਂ ਆਪਣਾ ਜਿਹੜਾ ਨਾਮ ਹੈ ਨਾ ਤਪਾ ਇਹਨਾਂ ਰਖਾ ਲਿਆ ਵੇ ਝੂਠੀ। ਕਿਨਾ ਵਹਿਰ ਫਕੀਰੀ ਬੇਸਾ। ਐਵੇਂ ਜਿਹੜਾ ਬਾਹਰੋਂ ਫਕੀਰਾਂ ਵਾਲਾ ਭੇਸ ਧਾਰ ਲਿਆ ਹੈ, ਭੰਗਵੇਂ ਜੇ ਨਿਰਮਲੇ ਜੇ ਕੱਪੜੇ ਪਾ ਲਏ ਨਾ। ਤੀਆ ਸੁਤ ਤਾਜ ਕਾ ਫਿਰਿਆ ਵਿਦੇਸਾ। ਉਹ ਆ ਸਾਧਾਂ ਦੇ ਕੰਮ ਹੁੰਦੇ ਆ ਵੀ ਘਰ ਵਾਲੀ ਵੀ ਛੱਡ ਦੇਣੀ, ਪੁੱਤਰ ਵੀ ਛੱਡ ਦੇਣੇ, ਤੇ ਦੇਸ਼ਾਂ ਵਿਦੇਸ਼ਾਂ 'ਚ ਫਿਰੀ ਤੁਰੀ ਜਾਣਾ ਮੌਜ ਨਾਲ ਆਪ। ਕਰ ਅਨਾਥ ਤਿਨ ਗਇਓ ਪਲਾਈ। ਆ ਕਿਵੇਂ ਇਹਨਾਂ ਨੂੰ ਯਤੀਮ ਕਰਕੇ ਤੇ ਦੂਰ ਭੱਜ ਗਏ ਆ, ਜਿਵੇਂ ਇਹਨਾਂ ਦੇ ਮਾਂ ਪਿਓ ਮਰ ਗਿਆ ਹੋਵੇ। ਤਨਕ ਨ ਮਨ ਮਹਿ ਕਰਨਾ ਆਈ। ਹੱਦ ਹੋ ਗਈ ਹੈ ਵੀ ਐਸਾ ਵੀ ਕੋਈ ਪਿਓ ਹੁੰਦਾ ਹੈ ਵੀ ਥੋੜ੍ਹੀ ਮਾਤਰ ਵੀ ਮਨ ਵਿੱਚ ਦਇਆ ਹੀ ਨਹੀਂ ਆਈ ਵੀ ਮੇਰੇ ਦੋ ਪੁੱਤਰ ਹੈ, ਮੇਰੀ ਘਰ ਵਾਲੀ ਹੈ, ਛੱਡ ਕੇ ਕਾਹਨੂੰ ਜਾ ਰਿਹਾ ਮੈਂ। ਹੋ ਪਰਮੇਸ਼ਰ ਕੋ ਪੈ ਕਰਕੇ। ਆ ਕਹਿਣ ਲੱਗੇ ਫਿਰ ਗੱਜ ਵੱਜ ਕੇ, ਚੌਧਰੀ ਸਾਹਿਬ ਮੈਂ ਤੇ ਪਰਮੇਸ਼ਰ ਦਾ ਭੈ ਕਰਕੇ। ਇਸ ਕੋ ਕਹਿਤ ਨਾ ਕਛੂ ਵਿਚਰਕ। ਆਪਣੇ ਆ ਜਿਹੜਾ ਜਵਾਈ ਬਣਿਆ ਹੋਇਆ ਨਾ ਸਾਧ, ਕੱਪੜੇ ਪਾਏ ਹੋਏ ਭਗਵੇ ਜੇ, ਤੇ ਮੈਂ ਤੇ ਤਾਂ ਨਹੀਂ ਕੁਝ ਵਿਚਾਰ ਕੇ ਕਹਿੰਦੀ ਪਰਮੇਸ਼ਰ ਨੂੰ, ਪਰਮੇਸ਼ਰ ਦਾ ਭੈ ਕਰਕੇ। ਨਹੀਂ ਤੇ ਮੈਂ ਦੱਸ ਦੇਵਾਂ ਪਤਾ ਮੈਂ ਕੌਣ ਹਾਂ। ਆ ਕਈ ਪਰਮੇਸ਼ਰ ਰੱਬ ਨੂੰ ਹੀ ਕਹੀ ਜਾ ਰਹੀ, ਤੇ ਕਹਿੰਦੀ ਮੈਂ ਪਰਮੇਸ਼ਰ ਦਾ ਭੈ ਕਰਦੀ ਹਾਂ। ਨਾ ਤਰ ਮੈਂ ਅਬ ਕਰੋ ਖਵਾਰੂ। ਨਹੀਂ ਤੇ ਆ ਹੁਣੇ ਮੈਂ ਆ ਜਿਹੜੇ ਪਾਏ ਸੀ ਨਾ ਕੱਪੜੇ ਭੰਗਵੇਂ ਜੇ, ਇੱਥੇ ਖਵਾਰ ਕਰਕੇ ਰੱਖ ਦੇਣਾ ਸੀ। ਆ ਕੁਝ ਨਹੀਂ ਸੀ ਰਹਿਣ ਦੇਣਾ ਮੈਂ ਇਹੋ ਜਿਹੇ ਕੱਪੜਿਆਂ ਦਾ। ਪ੍ਰਗਟਾਵਾਂ ਇਹ ਸਵਾਂਗ ਕਚਾਰੂ। ਇਸ ਦਾ ਜਿਹੜਾ ਸਵਾਂਗ ਹੈ ਨਾ ਖੋਟੀ ਚਾਲ ਵਾਲਾ, ਆ ਜਿਹੜਾ ਵੀ ਧਾਰਨ ਕੀਤਾ ਕੰਮ ਤੋਂ ਡਰਦਿਆਂ, ਵੇਖੀ ਮੈਂ ਕਿਵੇਂ ਹੁਣੇ ਪ੍ਰਗਟ ਕਰਦੀ। ਸੋਨ ਸਿਰੇ ਗੁਰ ਤੂਸ਼ਨ ਹਵਾ ਰਹੇ। ਸੁਣ ਕੇ ਇੰਨੀਆਂ ਗੱਲਾਂ ਮਾੜੀਆਂ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚੁੱਪੀ ਰਹੇ ਐ। ਤਨਕ ਬਦਨ ਤੇ ਬਚਨ ਨਾ ਕਹੇ। ਮੁੱਖ ਤੋਂ ਮਹਾਰਾਜ ਨੇ ਇੱਕ ਵੀ ਬਚਨ ਨਹੀਂ ਕਿਹਾ ਵੀ ਕੀ ਦਸੀਏ, ਵਿਚਾਰਿਆਂ ਦੀ ਮੱਤ ਤੇ ਪੜਦਾ ਹੀ ਪਿਆ ਹੋਇਆ ਹੈ। ਦੋਹਰਾ ਬੋਲੀ ਬਹੁਰ ਸੁਲੱਖਣੀ। ਫਿਰ ਜੋ ਮਾਤਾ ਸੁਲੱਖਣੀ ਜੀ ਹੈ,
ਹੁਣ ਮਾਂ ਪਿਓ ਚੁੱਪ ਕਰਕੇ ਫਿਰ ਇਹਨਾਂ ਦੀ ਵਾਰੀ ਆਈ, ਇਹ ਬੋਲੇ ਐ। ਤੁਮ ਸੰਗ ਬੋਲਨ ਕਾਜ। ਕਹਿਣ ਲੱਗੇ ਐ ਵੀ ਮਾਤਾ ਜੀ, ਵੀ ਗੁਰੂ ਨਾਨਕ ਸਾਹਿਬ ਪਤੀ ਜੀ, ਚਲੋ ਵੀ ਮੇਰੇ ਮਾਂ ਪਿਓ ਨੇ ਜੋ ਉਹਨਾਂ ਦਾ ਨਹੀਂ ਬੋਲਣਾ ਬਣਦਾ, ਪਰ ਮੈਂ ਤੇ ਤੁਹਾਡੇ ਨਾਲ ਵਿਆਹੀ ਹੋਈ, ਮੇਰਾ ਤੇ ਕੰਮ ਹੈ ਨਾ ਬੋਲਣ ਦਾ ਤੁਹਾਨੂੰ। ਏਕ ਬਾਰ ਜਗ ਲਾਜ ਤਜ। ਇਹ ਪਤੀ ਗੁਰੂ ਨਾਨਕ ਸਾਹਿਬ, ਤੁਸਾਂ ਨੇ ਕਿਉਂ ਇੱਕ ਵਾਰ ਜਿਹੜੀ ਇਕੱਠੀ ਸੰਸਾਰ ਦੀ ਸ਼ਰਮਸ਼ਾਰ ਲੱਜਿਆ ਛੱਡ ਕੇ ਕਿਉਂ ਕਰ ਭਇਓ ਨਿਲਾਜ। ਕਿਉਂ ਕਰਕੇ ਤੁਸੀਂ ਨਿਲਾਜੀ ਹੋ ਗਏ? ਬਿਲਕੁਲ ਨਹੀਂ, ਤੁਸਾਂ ਨੇ ਕਿਸੇ ਦੀ ਲੱਜਿਆ ਕੀਤੀ। ਚੌਪਈ ਕਿਉਂ ਤੁਮ ਫਿਰੇ ਮੋਹਿ ਸੰਗ ਲਾਵਨਾ। ਕਿਉਂ ਜਿਹੜਾ ਹੈ, ਜੇ ਵੀ ਤੁਸੀਂ ਇਹੋ ਕੁਝ ਕਰਨਾ ਸੀ ਤੇ ਕਿਉਂ ਤੁਸੀਂ ਮੇਰੇ ਨਾਲ ਲਾਵਾਂ ਕਰ ਲਈ ਫੇਰੇ ਹੋ? ਭਾਵ ਕਿਉਂ ਫਿਰ ਤੁਸਾਂ ਨੇ ਮੇਰੇ ਨਾਲ ਪਰਕਰਮਾਂ ਲਈਆਂ? ਫੇਰੇ ਕਾਹਨੂੰ ਲਏ ਐ? ਜੇ ਤਨ ਭਗਵੋ ਭੇਖ ਬਨਾਵਨਾ। ਜੇ ਸਰੀਰ ਤੇ ਇਹੋ ਜਿਹਾ ਪਖੰਡੀ ਕਰਨਾ ਸੀ, ਭੇਖ ਹੀ ਬਣਾਉਣਾ ਸੀ ਸਾਧਾਂ ਵਾਲਾ, ਫਿਰ ਆ ਵਿਆਹ ਕਰਨ ਦੀ ਕੀ ਜ਼ਰੂਰਤ ਸੀ? ਕਾਹਦੇ ਫੇਰੇ ਲਏ ਤੁਸਾਂ? ਮੁਝ ਕੋ ਕਰ ਅਨਾਥ ਇੱਕ ਬਾਰੀ। ਤੁਸਾਂ ਨੇ ਤੇ ਇੱਕ ਵਾਰੀ ਮੈਨੂੰ ਐਵੇਂ ਨਖਸਮੀ ਕਰ ਦਿੱਤਾ, ਜਿਵੇਂ ਮੇਰਾ ਕੋਈ ਪਤੀ ਮਾਲਕੀ ਨਾ ਹੋਵੇ। ਆਏ ਨਾ ਕਬਹੋਂ ਸੁਰਤ ਸੰਭਾਰੀ। ਵੇਖ ਲੋ, ਤੁਸਾਂ ਨੇ ਕਦੇ ਆ ਕੇ ਮੇਰੀ ਖਬਰ ਸਾਰੀ ਨਹੀਂ, ਕਦੀ ਸੁਰਤੀ ਨਹੀਂ ਸੰਭਾਲੀ ਵੀ ਪਤਨੀ ਕਿੱਥੇ ਹੈ ਮੇਰੀ। ਕਹਤ ਜਿੱਤਾ ਭਗਨੀ ਸੁਨੀਏ। ਇਹ ਕੁਝ ਸੁਣ ਕੇ ਤੇ ਅਜਿੱਤਾ ਚੌਧਰੀ ਕਹਿਣ ਲੱਗਾ, ਭੈਣ ਸੁਲੱਖਣੀ, ਭੈਣ ਸੁਲੱਖਣੀ, ਮੇਰਾ ਵੀ ਬਚਨ ਸੁਣੀਏ। ਭਲਾ ਆਪਣਾ ਤੂਸ਼ਨ ਗੁਨੀਏ। ਜਿਹੜਾ ਹੈ ਨਾ, ਤੁਸੀਂ ਆਪਣਾ ਭਲਾ ਚੁੱਪ ਵਿੱਚ ਹੀ ਜਾਣ ਲਓ, ਵੀ ਚੁੱਪ ਹੀ ਕੀਤੇ ਰਹੋ। ਆਸਨ ਬਸਨ ਕੀ ਜੇ ਹੋਇਆ ਚਾਹੀ। ਵੀ ਆ ਮਨੁੱਖ ਨੂੰ ਚੀਜ਼ਾਂ ਹੀ ਚਾਹੀਦੀਆਂ ਹੁੰਦੀਆਂ ਨਾ। ਚਲੋ ਜੇ ਕੋਈ ਭੋਜਨ ਦੀ, ਕੱਪੜਿਆਂ ਦੀ, ਜੇ ਤੁਹਾਨੂੰ ਕੋਈ ਚਾਹਨਾ ਹੈਗੀ ਹੈ, ਸੇਵਾ ਕਰਾਂ ਕਹ ਮਜ ਪਾਹੀ। ਫਿਰ ਤੁਸੀਂ ਮੇਰੇ ਪਾਸ ਕਹਿ ਦਿਓ, ਮੈਨੂੰ ਕਹਿ ਦਿਓ, ਮੈਂ ਤੁਹਾਡੀ ਸਭ ਤਰ੍ਹਾਂ ਨਾਲ ਹੀ ਸੇਵਾ ਕਰਾਂਗਾ, ਕੱਪੜੇ ਵੀ ਦੇਵਾਂਗਾ, ਖਾਣ ਨੂੰ ਭੋਜਨ ਵੀ ਚੰਗਾ ਦਿਆਂਗਾ। ਦੋਹਰਾ ਮਾਤ ਪਿਤਾ ਤੇਰੇ ਕਹਾ। ਚਲੋ ਵੀ ਤੁਹਾਡੇ ਜਿਹੜੇ ਮਾਤਾ ਪਿਤਾ ਹੈ, ਗੁਰੂ ਜੀ ਦੇ ਸੱਸ ਸਹੁਰਾ ਲੱਗਦੇ ਹੈ, ਵੱਡੇ ਹੈ ਉਮਰ ਵਿੱਚੋਂ ਵੀ, ਉਹਨਾਂ ਦਾ ਤੇ ਕਹਿਣਾ ਬਣਦਾ ਹੀ ਹੈ। ਚਲੋ ਕਹਿ ਰਹੇ, ਕੋਈ ਗੱਲ ਨਹੀਂ। ਕਹਿਨ ਉਚਿਤ ਤੁਝ ਨਾਹੇ। ਪਰ ਹੇ ਸੁਲੱਖਣੀ ਮੇਰੀ ਭੈਣ, ਤੇਰਾ ਤੇ ਕਹਿਣਾ ਨਹੀਂ ਨਾ ਜੋਗ, ਤੇਰੇ ਦੇ ਪਤੀ ਪਰਮੇਸ਼ਰ ਲੱਗਦੇ ਐ। ਮੁਖ ਤੇ ਭਨਤ ਕਬੋਲ ਕੋ। ਜੋ ਆ ਮੁਖੋਂ ਤੁਸੀਂ ਕਬੋਲ ਖੋਟੇ ਬਚਨ ਕਹਿ ਰਹੇ ਹੋ ਗੁਰੂ ਨਾਨਕ ਸਾਹਿਬ ਨੂੰ, ਹੋਇਆ ਵਿਰੋਧ ਤੁਮ ਮਾਹੇ। ਇਹਨਾਂ ਬੋਲਾਂ ਕਰਕੇ ਫਿਰ ਤੁਹਾਡੇ ਵਿੱਚ ਵੈਰ ਵਿਰੋਧ ਹੋ ਜਾਏਗਾ, ਅਣਬਣ ਹੋ ਜਾਏਗੀ। ਚੌਪਈ ਹੈ ਇਨਕੇ ਸੰਗ ਤੁਮਰੋ ਕਾਜਾ। ਹੇ ਮੇਰੀ ਭੈਣ ਸੁਲੱਖਣੀ, ਇਹਨਾਂ ਗੁਰੂ ਨਾਨਕ ਸਾਹਿਬ ਨਾਲ ਹੀ ਤੇਰਾ ਤੇ ਹਜੇ ਬਹੁਤ ਕੰਮ ਹੈ, ਤੇਰਾ ਪਤੀ ਹੈ। ਇਨਹੀ ਸੋ ਸਭ ਬਿਦ ਸੁਖ ਸਾਜਾ। ਇਹਨਾਂ ਨਾਲ ਹੀ ਸਭ ਤਰ੍ਹਾਂ ਦੇ ਜਿਹੜੇ ਤੇਰੇ ਸੁੱਖਾਂ ਦੇ ਸਾਜ ਹੈ, ਸਭ ਤਰ੍ਹਾਂ ਦੇ ਸੁੱਖ ਤੈਨੂੰ ਇਹਨਾਂ ਕੋਲ ਹੀ ਪ੍ਰਾਪਤ ਹੋਣੇ ਹੈ। ਕਹ ਸੁਲੱਖਣੀ ਸੁਨ ਮਮ ਭਾਈ। ਮਾਤਾ ਸੁਲੱਖਣੀ ਜੀ ਕਹਿਣ ਲੱਗੇ ਕਿ ਇਹ ਜਿੱਤੇ ਮੇਰੇ ਭਰਾ, ਤੂੰ ਹੀ ਸੁਣ। ਹੋ ਕਹਿ ਕੇ ਅਵਲੰਬ ਰਹਾਈ। ਤੁਸੀਂ ਸਿਆਣੇ ਹੋ, ਮੈਂ ਹੁਣ ਕੱਲੀ ਪੈ ਗਈ ਹਾਂ, ਮੇਰਾ ਪਤੀ ਜਿਉਂਦਾ ਜਾਗਦਾ, ਫਿਰ ਵੀ ਇਸ ਤਰ੍ਹਾਂ ਹੋਵੇ। ਹੁਣ ਆਪ ਹੀ ਦੱਸੋ ਨਾ, ਮੈਂ ਕਿਹਦੇ ਸਹਾਰੇ ਰਵਾਂਗਾ, ਕਿਸ ਸਹਾਰੇ ਰਵਾਂ, ਜਦੋਂ ਦੇਣਾ ਲੈਣਾ ਕੁਝ ਨਹੀਂ ਇੰਨਾ। ਮਾਤ ਪਿਤਾ ਦੇਵਤ ਹੈ ਗਾਰੀ। ਮੇਰੇ ਆ ਮਾਂ ਪਿਓ ਤੇ ਉਹ ਮੈਨੂੰ ਗਾਲਾਂ ਕੱਢਦੇ ਲੱਖ ਲੱਖ। ਆਪਨ ਗਰੇ ਤੇ ਚਹਤ ਉਤਾਰੀ। ਮੈਂ ਤੇ ਸਿੱਧੀ ਕਹਿੰਦੀ ਇਹਨਾਂ ਦੇ ਸਾਹਮਣੇ ਵੀ ਇਹ ਜਿਹੜੇ ਮੇਰੇ ਮਾਂ ਪਿਓ ਗਾਲਾਂ ਦਿੰਦੇ ਐ, ਇਹ ਭਰਾ ਮੇਰੇ ਆਪਣੇ ਗਲੋਂ ਲਾਉਣਾ ਚਾਹੁੰਦੇ ਮੈਨੂੰ, ਵੀ ਗਲੋਂ ਲੱਥ ਜਾਏ। ਬੋਲ ਕਬੋਲ ਦੇਤ ਹੈ ਤਾਨੇ। ਆ ਬੋਲ ਕਬੋਲ ਬੋਲਦੇ, ਨਾਲੇ ਤਾਨੇ ਮਿਹਣੇ ਦਿੰਦੇ ਸੁਣਾ ਸੁਣਾ ਕੇ। ਤੂੰ ਪੀ ਕਰਹੁ ਫਕੀਰੀ ਬਾਨੇ। ਐਵੇਂ ਜਦੋਂ ਗੁੱਸਾ ਚੜ੍ਹਦਾ ਕਹਿਣ ਲੱਗ ਪੈਂਦੇ ਵੀ ਤੂੰ ਵੀ
ਜਿਹੜਾ ਫਕੀਰਾਂ ਵਾਲਾ ਬਾਣਾ ਪਾਲਾ, ਕੱਪੜੇ ਤੂੰ ਹੀ ਭੰਗਵੇ ਪਾਲਾ। ਜਾਏ ਬੈਠਨੇ ਚ ਫਤ ਕੇ ਪਾਸੋ। ਜਿੱਥੇ ਤੇਰਾ ਪਤੀ ਗੁਰੂ ਨਾਨਕ ਸਾਹਿਬ ਬੈਠੇ ਆ, ਉੱਥੇ ਜਾ ਕੇ ਇਹੋ ਜਿਹੇ ਕੱਪੜੇ ਸਾਧਾਂ ਵਾਲੇ ਪਾ ਕੇ ਤੂੰ ਵੀ ਨਾਲ ਹੀ ਬੈਠੀ ਰਿਹਾ ਕਰ। ਸਾਧੂ ਭੇਖ ਕਰਹੁ ਜਸ ਦਾਸੋ। ਜਿਸ ਤਰ੍ਹਾਂ ਤੇਰੇ ਪਤੀ ਦਾ ਭੇਖ ਹੈ ਨਾ ਸਾਧੂਆਂ ਵਾਲਾ, ਉਸੇ ਤਰ੍ਹਾਂ ਤੂੰ ਕਰ ਲਾ ਤੇ ਦੋਵੇਂ ਜੀ ਬੈਠੇ ਰਿਹਾ ਕਰੋ ਇੱਕ ਥਾਂ। ਪਰੀ ਘਰੇ ਤੂੰ ਸਦਾ ਹਮਾਰੇ। ਐਵੇਂ ਹੀ ਚੰਗਾ ਭਲਾ ਤੈਨੂੰ ਵਿਆਹਿਆ ਹੈ, ਫਿਰ ਵੀ ਸਾਡੇ ਮਾਂ ਪਿਓ ਦੇ ਤੂੰ ਗੱਲ ਪਈ ਹੋਈ, ਗੱਲ ਲੱਗੀ ਹੋਈ ਐ ਸੁਲੱਖਣੀ। ਸੋ ਸਭ ਸਾਚੀ ਕਰਤ ਉਚਾਰੇ। ਇਹ ਜਿੱਤੇ ਚੌਧਰੀ ਮੇਰੇ ਭਰਾ, ਐਵੇਂ ਮਾਂ ਪਿਓ ਮੈਨੂੰ ਤਾਨੇ ਮਿਹਣੇ ਦਿੰਦੇ ਆ, ਤੇ ਮੈਂ ਤੇ ਇਹੀ ਕਹਿਣਾ ਵੀ ਉਹ ਸੱਚੀ ਕਹਿੰਦੇ ਆ ਗੱਲ ਵੀ ਆ ਹੁਣ ਵਿਆਹੀ ਵਰੀ ਇਹਨਾਂ ਦੀ ਗਾਲੀ ਪਈ ਹੈ ਹੈਗੀ ਆ ਨਾ। ਦੋਹਰਾ ਮੋਰ ਨੈਣਾਨ ਜੋ ਨਾਨਕੀ। ਹੋਰ ਕੀ ਦੱਸਾਂ ਵੀ ਚਲੋ ਜਦੋਂ ਮੇਰੀ ਨਨਾਣ ਨਾਨਕੀ, ਭੈਣ ਨਾਨਕੀ, ਬੀਬੀ ਨਾਨਕੀ ਸੀ, ਜਬ ਜੀਵਤ ਸੁਖਦਾਏ। ਸੁਖ ਦੇਣ ਵਾਲੀ ਜਦੋਂ ਨਾਨਕੀ ਮੇਰੀ ਨਨਾਣ ਜਿਉਂਦੀ ਸੀ, ਸ੍ਰੀ ਚੰਦ ਤਿਹ ਸਦਨ ਮਹਿ। ਉਸ ਵੇਲੇ ਮੇਰੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਚਲੋ ਉਹਨਾਂ ਦੇ ਘਰ ਵਿੱਚ ਸਭ ਕੁਛ ਪਹਿਰਤ ਖਾਏ। ਸਭ ਕੁਝ ਚੰਗਾ ਖਾਂਦੇ ਸੀ, ਚੰਗਾ ਹਟਾਉਂਦੇ ਸੀ, ਚੰਗਾ ਪਾਉਂਦੇ ਸਨ। ਜੋ ਪਈ ਮਨ ਭਾਵਤ ਜੋ ਕਰਤ ਬਿਲਾਸੋ। ਮਨ ਭਾਉਂਦੇ ਅਸੀਂ, ਮੈਂ ਵੀ ਮੇਰਾ ਪੁੱਤਰ ਸ਼੍ਰੀ ਚੰਦ ਵੀ ਆਨੰਦ ਭੋਗ, ਆਨੰਦ ਮਾਣਦੇ ਕਰਦੇ ਸਾਂ। ਨਹ ਚਿੰਤਾ ਕਾਹੂ ਕੀਤਾ ਸੋ। ਜਿੱਤੇ ਮੇਰੇ ਭਰਾ ਚਲੋ ਉਸ ਵੇਲੇ ਤੇ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਫਿਕਰ ਹੈਗਾ ਹੀ ਨਹੀਂ ਸੀ। ਜਬ ਕਾ ਪਾਤਨ ਕੋ ਪਰਲੋਕੋ। ਜਦੋਂ ਦਾ ਇਹ ਪਰ ਅੱਜ ਭਾਈਆ ਜੈ ਰਾਮ ਮੇਰੀ ਨਨਾਣ ਜੋ ਬੀਬੀ ਨਾਨਕੀ ਹੈ, ਉਹਨਾਂ ਦਾ ਪਰਲੋਕ ਗਮਨ ਹੋ ਗਿਆ, ਸੱਚਖੰਡ ਗਮਨ ਕਰ ਗਏ ਹੈ। ਹਮਕੋ ਭਇਓ ਸਭ ਬਿਦ ਸੋਕੋ। ਉਦੋਂ ਦਾ ਸਾਨੂੰ ਦੇ ਸਭ ਤਰ੍ਹਾਂ ਨਾਲ ਸ਼ੋਕਗਾਮੀ ਹੋ ਗਿਆ, ਫਿਕਰ ਹੀ ਪੈ ਗਿਆ ਵੀ ਹੁਣ ਕਿਵੇਂ ਚੱਲੇਗਾ ਕੰਮਕਾਰ। ਦਸ ਦੇਸ਼ ਤੇ ਮੁਝ ਬਣਿਓ ਕੁਫੇਰਾ। ਭਰਾ ਜਿੱਤੇ ਸੋ ਮੈਨੂੰ ਤੇ ਦਸੇ ਦਿਸ਼ਾਵਾਂ ਤੋਂ ਚਾਰੇ ਸਫੇਰਿਓ ਹੀ ਭੈੜਾ ਹੀ ਜਿਹੜਾ ਫੇਰਾ, ਖੋਟਾ ਹੀ ਚੱਕਰ ਪੈ ਗਿਆ ਹੈ। ਕਿਸ ਪ੍ਰਕਾਰ ਹੋਇਆ ਜੀਵਨ ਮੇਰਾ। ਹੁਣ ਤੂੰ ਹੀ ਦੱਸ ਵੀ ਦੋ ਪੁੱਤਰ ਹੈ, ਇੱਕ ਮੈਂ ਹਾਂ, ਕਿਸ ਤਰ੍ਹਾਂ ਜਿਹੜਾ ਮੇਰਾ ਗਰੀਬਣੀ ਦਾ ਜੀਵਨ ਬਤੀਤ ਹੋਏਗਾ। ਆਸ ਕਹਿ ਆਖਨ ਆਂਸੂ ਗੇਰਤ। ਇਸ ਤਰ੍ਹਾਂ ਕਹਿ ਕੇ ਮਾਤਾ ਸੁਲੱਖਣੀ ਜੀ ਦੇ ਨੇਤਰਾਂ ਵਿੱਚੋਂ ਅਥਰੂ ਕੇਰਦੇ ਸੁੱਟਦੇ ਐ। ਊਚ ਸਵਾਸ ਲੈ ਧਰਨੀ ਹੇਰਤ। ਉੱਚੇ ਉੱਚੇ ਸਾਹ ਲੈ ਕੇ ਲੰਮੇ ਲੰਮੇ ਹੌਕੇ ਭਰ ਕੇ ਤੇ ਧਰਤੀ ਵੱਲ ਦੇਖਦੇ, ਠਾਂ ਵੱਲ ਨੀਵੀਂ ਪਾ ਕੇ। ਸ੍ਰੀ ਨਾਨਕ ਪੇਖ ਸੁਨ ਕੈ ਬਾਣੀ। ਇੱਧਰ ਗੁਰੂ ਨਾਨਕ ਸਾਹਿਬ ਜੀ ਆਪਣੇ ਸੁਪਤਨੀ ਮਾਤਾ ਸੁਲੱਖਣੀ ਜੀ ਦੇ ਬਚਨਾਂ ਨੂੰ ਸੁਣ ਕੇ ਤੇ ਰੋਂਦੇ ਹੋਇਆਂ ਦੇਖ ਕੇ ਹਿਰਦਾ ਵਿਖਾ ਕਰਨਾ ਬਹੁ ਠਾਨੀ। ਹਿਰਦੇ ਦੇ ਵਿੱਚ ਬਹੁਤ ਜਿਹੜੀ ਕਿਰਪਾ ਨਾਲ ਉਹ ਧਾਰਨ ਕੀਤੀ ਹੈ। ਮਹਾਰਾਜ ਨੂੰ ਤਰਸ ਆ ਗਿਆ ਵੀ ਗੱਲ ਦੇ ਵਿਚਾਰੀ ਠੀਕ ਹੀ ਕਹਿ ਰਹੀ ਉਂਝ। ਕਹਿਤ ਭਏ ਸੁਣ ਚੌਣੀ ਕਾਨਾ। ਗੁਰੂ ਸਾਹਿਬ ਜੀ ਕਹਿਣ ਲੱਗੇ, ਹੇ ਪਤਨੀ ਸੁਲੱਖਣੀ ਚੋਣੀ ਗੋਤ ਵਿੱਚੋਂ ਸੀ ਨਾ ਮਾਤਾ ਸੁਲੱਖਣੀ ਜੀ, ਪੇਕਿਆਂ ਦੀ ਜਿਹੜੀ ਗੋਤ ਚੋਣੀ ਸੀ, ਚੋਣੇ ਸਨ, ਚੋਣੇ ਖੱਤਰੀ। ਤੇ ਇਹ ਚੋਣੀ ਗੋਤ ਦੀ ਮੇਰੀ ਪਤਨੀ ਸੁਲੱਖਣੀ ਤੂੰ ਕੰਨਾਂ ਵਿੱਚ ਧਿਆਨ ਨਾਲ ਸੁਣ। ਦੁਖ ਪੁਨ ਭੂਖ ਜੇ ਕਰਹੁ ਪਰਵਾਨਾ। ਅਸੀਂ ਤੇ ਤੈਨੂੰ ਇਹ ਗੱਲ ਕਹਿੰਦੇ ਆ ਵੀ ਜੇ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਜਾਂ ਭੁੱਖ, ਜੇ ਤੂੰ ਦੁੱਖ ਭੁੱਖ ਪ੍ਰਵਾਨ ਕਰਦੀ ਐ। ਰਹੋ ਨਿਕਟ ਹੱਠ ਕਰਹੁ ਕਨੇਰਾ। ਵੀ ਬਹੁਤਾ ਹੱਠ ਕਰਕੇ ਤੇ ਵੀ ਬਹੁਤਾ ਹੱਠ ਕਰਕੇ ਵੀ ਦੁੱਖ ਹੋਵੇ ਭੁੱਖ ਹੋਵੇ, ਜੇ ਤੇ ਇਹ ਕੁਝ ਪ੍ਰਵਾਨ ਕਰਦੀ ਵੀ ਮੈਂ ਸਹਾਰ ਲਵਾਂਗੀ ਤੇ ਫਿਰ ਤੂੰ ਸਾਡੇ ਕੋਲ ਰਹਿ। ਜੋ ਹਮ ਹਾਲ ਸੋ ਹੋਵਹਿ ਤੇਰਾ। ਜੋ ਸਾਡਾ ਹਾਲ ਚਾਲ ਹੈ ਉਸੇ ਤਰ੍ਹਾਂ ਫਿਰ ਤੇਰਾ ਹੋਵੇਗਾ, ਰਹੇਗਾ। ਬਨਾ ਸੁਲੱਖਣੀ ਸੁਨ ਬਚ ਮੋਰੇ। ਮਾਤਾ ਸੁਲੱਖਣੀ ਜੀ ਕਹਿਣ ਲੱਗੇ,
ਪਤੀ ਗੁਰੂ ਨਾਨਕ ਸਾਹਿਬ ਜੀ ਮੇਰੇ ਬਚਨ ਸੁਣੋ। ਨਹਿ ਭੂਖ ਜਾਚੋਂ ਟਿਕ ਤੋਰੇ। ਮੇਰੇ ਪਤੀ ਗੁਰੂ ਨਾਨਕ ਸਾਹਿਬ ਜੀ ਮੈਂ ਤੁਹਾਡੇ ਕੋਲੋਂ ਕੋਈ ਗਹਿਣੇ ਨਹੀਂ ਮੰਗਦੀ ਸੋਨੇ ਦੇ। ਹਿਰਦੈ ਬਿਖੈ ਚਾਹੋ ਨਿਤ ਐਸੇ। ਮੈਂ ਤੇ ਹਮੇਸ਼ਾ ਹਿਰਦੇ ਵਿੱਚ ਇਹੀ ਚਾਹੁੰਦੀ ਹਾਂ ਤੁਮ ਜੋ ਹਾਲ ਹੋਏ ਮਮਤਾ ਤੇ। ਵੀ ਜਿਵੇਂ ਤੁਹਾਡਾ ਹਾਲ ਤੇ ਉਸੇ ਤਰ੍ਹਾਂ ਮੇਰਾ ਜਿਹੜਾ ਹਾਲ ਹੋਵੇ। ਦੁੱਖ ਭੁੱਖ ਸਹਿ ਕੈ ਆਪਣਾ ਸਰੀਰਾ। ਮੈਂ ਤੇ ਆਪਣੇ ਸਰੀਰ ਤੇ ਦੁੱਖ ਵੀ ਸਹਾਰਾਂਗੀ, ਭੁੱਖ ਵੀ ਸਹਾਰਾਂਗੀ। ਆਪਣੇ ਸਰੀਰ ਤੇ ਦੁੱਖ ਭੁੱਖ ਸਹਾਰ ਕੇ ਰਹਾਂ ਸਦੀਵ ਤੁਮਾਰੇ ਤੀਰਾ। ਮੇਰੇ ਤੇ ਇਹੀ ਇੱਛਾ ਵੀ ਮੈਂ ਤੁਹਾਡੇ ਕੋਲ ਹੀ ਹਮੇਸ਼ਾ ਰਹਾਂ। ਪਰ ਚਾਹੇ ਮੈਨੂੰ ਦੁੱਖ ਹੋਵੇ ਸੁੱਖ ਹੋਵੇ ਸਭ ਸਰੀਰ ਤੇ ਸਹਾਰਾਂਗੀ। ਰੱਬ ਬੋਲੇ ਜੇ ਆਸਮਨ ਤੇਰੇ। ਗੁਰੂ ਸਾਹਿਬ ਜੀ ਬਚਨ ਬੋਲੇ ਹੈ ਵੀ ਸੁਲੱਖਣੀ ਪਤਨੀ ਜੇ ਤੇਰੇ ਮਨ 'ਚ ਇਸ ਤਰ੍ਹਾਂ ਦੀ ਗੱਲ ਹੈਗੀ ਹੈ। ਆਨਹੁ ਸੁਤ ਅਬ ਕਰਹੁ ਨਾ ਦੇਰੇ। ਤੇਰਾ ਮੇਰੇ ਸੱਸ ਸਹੁਰਾ ਜੋ ਮੂਲ ਚੰਦ ਤੈਨੂੰ ਤਾਨੇ ਮਿਹਣੇ ਕਰਦੇ ਇਹਨਾਂ ਦਾ ਖਹਿੜਾ ਛੱਡ ਤੇ ਦੋਵੇਂ ਪੁੱਤਰ ਲੈ ਆ ਤੇ ਜਿਹੜਾ ਬਿਨਾਂ ਦੇਰੀ ਤੋਂ ਮੇਰੇ ਨਾਲ ਹੀ ਚੱਲ। ਸਭ ਕਰਤਾਰ ਕਰਹਿ ਗੋਨੀਕੀ। ਜੋ ਕਰਤਾਰ ਪਰਮੇਸ਼ਰ ਸਭ ਦਾ ਚੰਗਾ ਹੀ ਕਰਦਾ ਮਾਲਕ ਉਹ ਸੁਲੱਖਣੀ ਮੇਰੀ ਪਤਨੀ ਉਹ ਤੇਰਾ ਵੀ ਚੰਗਾ ਹੀ ਕਰੇਗਾ ਬੰਦੋਬਸਤ। ਜੇ ਸਰਦਾ ਐਸੀ ਡਿੜ ਜੀ ਕੀ। ਵੀ ਜੇ ਸ਼ਰਧਾ ਐਸੀ ਤੁਹਾਡੇ ਜੀ ਦੀ ਹੈਗੀ ਹੈ ਵੀ ਚਲੋ ਜੇ ਮੇਰੇ ਪਤੀ ਗੁਰੂ ਨਾਨਕ ਸਾਹਿਬ ਜੀ ਤੁਸੀਂ ਦੁੱਖ ਵਿੱਚ ਤੇ ਮੈਂ ਵੀ ਦੁੱਖ ਵਿੱਚ ਰਹਿ ਲਾਂਗੀ। ਜੇ ਤੁਸੀਂ ਸੁੱਖ ਵਿੱਚ ਤੇ ਮੈਂ ਵੀ ਸੁੱਖ ਭੋਗ ਲਾਂਗੀ। ਜੇ ਤੁਸੀਂ ਭੁੱਖੇ ਹੋ ਤੇ ਮੈਂ ਵੀ ਭੁੱਖੀ ਰਹਿ ਲਾਂਗੀ। ਤੇ ਜੇ ਤੁਹਾਡੇ ਐਸੇ ਜੀ ਦੀ ਹੈਗੀ ਹੈ ਨਾ ਸ਼ਰਧਾ ਫਿਰ ਚੱਲੋ ਸਾਡੇ ਨਾਲ। ਸੁਨੇ ਸੁਲੱਖਣੀ ਆਸ ਬਾਚ ਜਬਹੀ। ਜਦੋਂ ਹੀ ਮਾਤਾ ਸੁਲੱਖਣੀ ਜੀ ਨੇ ਗੁਰੂ ਸਾਹਿਬ ਜੀ ਦੇ ਐਸੇ ਬਚਨ ਸੁਣੇ ਹੈ। ਤੂਰਨ ਗਾਈ ਸਦਨ ਕੋ ਤਬਹੀ। ਮਾਤਾ ਪਿਤਾ ਦੇ ਤਾਨਿਆਂ ਤੋਂ ਬਹੁਤ ਅੱਕੇ ਸਨ। ਮਾਤਾ ਜੀ ਬੜੀ ਛੇਤੀ ਘਰ ਗਏ ਹੈ। ਦੋਨੋਂ ਸੁਤ ਲੈ ਕਰ ਨਿਜ ਸੰਗਾ। ਦੋਨੋਂ ਹੀ ਪੁੱਤਰ ਬਾਬਾ ਸ਼੍ਰੀ ਚੰਦ ਬਾਬਾ ਲక్ష్ਮੀ ਦਾਸ ਉਹਨਾਂ ਨੂੰ ਆਪਣੇ ਨਾਲ ਲੈ ਕਰਕੇ ਹਰਖਤ ਆਈ ਕਰਤੋ ਮੰਗਾ। ਬੜੀ ਖੁਸ਼ੀ ਨਾਲ ਉਤਸ਼ਾਹ ਕਰਦਿਆਂ ਕਰਦੇ ਮਾਤਾ ਜੀ ਆ ਗਏ ਸਤਿਗੁਰੂ ਜੀ ਕੋਲ। ਮੂਲ ਚੰਦ ਪੁਨ ਚੰਦੋ ਰਾਣੀ। ਜੋ ਸਤਿਗੁਰੂ ਜੀ ਦੇ ਸਹੁਰਾ ਮੂਲ ਚੰਦ ਹੈ ਤੇ ਚੰਦੋ ਰਾਣੀ ਹੈ ਸੱਸ। ਘਰ ਗਮਨੀ ਮਨ ਬਹੁ ਮੁਰਝਾਣੀ। ਘਰ ਵਿੱਚ ਚਲੇ ਗਏ ਮਨ ਵਿੱਚ ਬੜੇ ਹੁਣ ਮੁਰਝਾ ਰਹੇ ਹੈ। ਬੋਰ ਬੋਲ ਨਾ ਕੋ ਆਵਤਾ। ਮੁੱਖ ਤੋਂ ਜਿਹੜਾ ਬੋਲ ਹੈ ਨਾ ਹੁਣ ਕੋਈ ਨਿਕਲਦਾ ਆਉਂਦਾ ਹੀ ਨਹੀਂ ਹੈ। ਵੈ ਤੂਸ਼ਨ ਹਿਰਦੇ ਪਛਤਾਵਤਾ। ਚੁੱਪ ਕਰ ਗਏ ਹਿਰਦੇ ਵਿੱਚ ਬੜਾ ਪਛਤਾਉਂਦੇ ਵੀ ਗੁਰੂ ਨਾਨਕ ਜੀ ਨੂੰ ਕਾਹਨੂੰ ਬੋਲ ਬੋਲਣਾ ਸੀ। ਐਵੇਂ ਮਾੜਾ ਸੁਭਾਈਏ ਐਵੇਂ ਜਿਹੜਾ ਵੱਧ ਘੱਟ ਗੱਲਾਂ ਕਰਵਾ ਦਿੰਦਾ ਪਛਤਾਉਂਦੇ ਐ। ਦੋਹਰਾ ਸ੍ਰੀ ਚੰਦ ਕੋ ਸੰਗ ਲੈ। ਇਸੇ ਤਰ੍ਹਾਂ ਸਾਧ ਸੰਗਤ ਜੀ ਆ ਜੀਂਦੇ ਜੀ ਨਹੀਂ ਬੋਲ ਬੜੇ ਬੋਲਦੇ ਆ। ਜਦੋਂ ਕੋਈ ਚੜ੍ਹਾਈ ਕਰ ਜਾਂਦਾ ਫਿਰ ਪਛਤਾਵਾ ਕਰਦੇ ਆ ਕਾਹਨੂੰ ਕਹਿਣਾ ਸੀ ਸਾਨੂੰ ਤੇ ਪਤਾ ਨਹੀਂ ਸੀ। ਐਵੇਂ ਮੱਤ ਦੇ ਪੜਦਾ ਹੀ ਪਿਆ ਰਿਹਾ। ਤਾਂ ਹੀ ਜਿਹੜੇ ਬਚਨ ਬਿਲਾਸ ਬੜੇ ਸੋਚ ਸਮਝ ਕੇ ਕਰ ਲੈਣੇ ਚਾਹੀਦੇ। ਸਾਧ ਸੰਗਤ ਜੀ ਇਹ ਸਰੀਰ ਇਹਦੇ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਹੇ ਮਨੁੱਖਾਂ। ਇਹ ਸਰੀਰ ਰੂਪੀ ਕੱਪੜਾ ਦੁੱਖ ਸੁੱਖ ਦਾ ਹੀ ਬਣਿਆ ਹੋਇਆ। ਇੱਥੇ ਦੁੱਖ ਵੀ ਆਉਣਾ ਹੈ ਅਤੇ ਸੁੱਖ ਵੀ ਆਉਣਾ ਹੈ। ਅਤੇ ਜਿਹੜਾ ਦੁੱਖ ਵਿੱਚ ਆ ਕੇ ਸਭ ਨੂੰ ਹੀ ਮਾੜਾ ਕਹੀ ਜਾਣਾ ਸਭ ਨੂੰ ਹੀ ਮਾੜਾ ਸਮਝੀ ਜਾਣਾ ਇਹ ਬੜੀ ਮਾੜੀ ਗੱਲ ਹੈ। ਅਤੇ ਸੁੱਖ ਵਿੱਚ ਆ ਕੇ ਜਦੋਂ ਸੁੱਖ ਹੋਣਾ ਉਦੋਂ ਕਿਸੇ ਨੂੰ ਜਾਣਨਾ ਕੋਈ ਨਾ। ਦੁੱਖ ਹੋਣਾ ਉਦੋਂ ਜੋ ਮਨੁੱਖਾਂ ਤੋਂ ਲੈ ਕੇ ਰੱਬ ਤੱਕ ਗਾਲਾਂ ਮੰਦੇ ਕਰੀ ਜਾਣੇ ਇਹ ਨਹੀਂ ਕਰਨਾ ਚਾਹੀਦਾ। ਗੁਰੂ ਦੇ ਹੁਕਮ ਵਿੱਚ ਰਿਹਾ ਹੀ ਭਲਾ ਹੈ। ਮੰਨਣਾ ਭਾਵੇਂ ਠੀਕ ਹੈ ਔਖਾ ਹੈ ਪਰ ਜਿਨ੍ਹਾਂ ਨੇ ਮੰਨ ਲਿਆ ਉਹੀ ਗੁਰੂ ਨੂੰ ਭਾ ਗਏ ਹੈ। ਅਸਲੀ ਮੰਜ਼ਿਲ ਉਹਨਾਂ ਨੇ ਪਾਈ ਹੈ। ਉਹ ਉਹਨਾਂ ਦਾ ਸਾਧ ਸੰਗਤੀ ਪਾਰ ਉਤਾਰਾ ਹੋ ਜਾਂਦਾ ਹੈ। ਭਾਵੇਂ ਕਿ ਕਹਿਣਾ ਔਖਾ ਹੈ ਕਹਿਣਾ ਸੌਖਾ ਕਰਨਾ ਔਖਾ ਹੈ ਪਰ ਚੜ੍ਹਦੀ ਕਲਾ ਭਾਣਾ ਮੰਨਣ ਵਾਲਿਆਂ ਦੀ ਹੁੰਦੀ ਹੈ। ਦੋਹਰਾ
ਸ੍ਰੀ ਚੰਦ ਕੋ ਸੰਗ ਇਹ ਲੇ। ਸੱਸ ਸਹੁਰਾ ਤੇ ਹੁਣ ਪਛਤਾਉਂਦੇ ਵੀ ਕਾਹਨੂੰ ਇਹੋ ਜਿਹੇ ਬੋਲ ਬੋਲਣੇ ਸੀ ਗੁਰੂ ਨਾਨਕ ਜਵਾਈ ਨੂੰ। ਤੇ ਜੋ ਬਾਬਾ ਸ਼੍ਰੀ ਚੰਦ ਹੈ ਉਹਨਾਂ ਨੂੰ ਨਾਲ ਲੈ ਕੇ ਮਾਤਾ ਜੀ ਦੂਸਰ ਲਖਮੀ ਦਾਸ। ਦੂਸਰੇ ਬਾਬਾ ਲਖਮੀ ਦਾਸ ਜੀ ਆਏ ਸਲਖਣੀ ਬੈਠ ਗਈ। ਮਾਤਾ ਸੁਲੱਖਣੀ ਦੋਨਾਂ ਪੁੱਤਰਾਂ ਨੂੰ ਲੈ ਕੇ ਤੇ ਸਤਿਗੁਰ ਜੀ ਪਾਸ ਆ ਕੇ ਬੈਠ ਗਏ। ਪਾਏ ਹਰਖ ਸੁਖ ਰਾਸ। ਬਹੁਤ ਖੁਸ਼ੀ ਪਾਈ ਹੈ, ਬਹੁਤ ਸੁਖ ਪਾਏ ਹੈ। ਚੌਪਈ ਜਹ ਬੈਠੇ ਅਗ ਓਗਨ ਕੰਦਨ। ਰੋਟੀ ਪਾਣੀ ਦੇ ਪਹਿਲਾਂ ਹੀ ਖਾਂਦੇ ਸਨ, ਪਰ ਪਤੀ ਦਾ ਮਿਲਾਪ ਹੋਇਆ ਹੈ ਤੇ ਹੋਰ ਕੀ ਚਾਹੀਦਾ। ਖੁਸ਼ੀ ਮਾਤਾ ਜੀ ਨੂੰ ਚੜ੍ਹ ਗਈ ਹੈ। ਜੇ ਜਿਉਂਦਿਆਂ ਨਾਲ ਹੀ ਬਹਾਰਾਂ ਹੈ ਸਾਧ ਸੰਗਤ ਜੀ। ਜਹ ਬੈਠੇ ਅਗ ਓਗਨ ਕੰਦਨ, ਜਿੱਥੇ ਪਾਪਾਂ ਸਮੂਹ ਪਾਪਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ ਅਜਿੱਤੇ ਚੌਧਰੀ ਦੇ ਖੂਹ ਦੇ ਕੋਲ ਬੈਠੇ ਸਨ। ਦ્વੈ ਸਤ ਕੀਨਾ ਚਰਨ ਪਰ ਬੰਦਨ। ਉੱਥੇ ਜਾ ਕੇ ਦੋਨੋਂ ਸੁਪੁੱਤਰ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਨੇ ਸਤਿਗੁਰ ਜੀ ਦੇ ਚਰਨ ਕਮਲਾਂ ਪਰ ਮੱਥਾ ਟੇਕਣਾ ਕੀਤਾ। ਰਹਿਣ ਲੱਗੇ ਨਿਜ ਪਿਤ ਕੇ ਪਾਸੋ। ਐਵੇਂ ਹੁਣ ਨਾਨਕਿਆਂ ਦਾ ਘਰ ਛੱਡ ਕੇ ਤੇ ਗੁਰੂ ਸਾਹਿਬ ਜੀ ਦੇ ਪਾਸ ਹੀ ਰਹਿਣ ਲੱਗੇ ਹਨ। ਚਿੰਤਾ ਸਗਰੀ ਕੀਨ ਬਿਨਾਸੋ। ਜਿਹੜੀ ਚਿੰਤਾ ਫਿਕਰ ਸੀ ਉਹ ਸਾਰਾ ਹੀ ਨਾਸ ਕੀਤਾ ਹੈ। ਸਰਬ ਪ੍ਰਕਾਰ ਸੇਵਾ ਜੋ। ਸਭ ਤਰ੍ਹਾਂ ਦੇ ਨਾਲ ਜਿਹੜੀ ਸੇਵਾ ਗੁਰੂ ਸਾਹਿਬ ਜੀ ਦੀ ਕਰਹ ਅਜਿਤਾ ਹਿਤ ਤਰਸੋ। ਉਹ ਜਿੱਤਾ ਚੌਧਰੀ ਜਿਹੜਾ ਪ੍ਰੇਮ ਧਾਰ ਕੇ ਕਰੀ ਕਰਾਈ ਜਾਂਦਾ ਰਾਤ ਦਿਨ। ਜੋ ਹੀ ਮਹਾਰਾਜ ਕਹਿੰਦੇ ਹੈ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਗੁਰੂ ਸਾਹਿਬ ਜੀ ਨੂੰ ਦੇਈ ਜਾਂਦਾ ਹੈ। ਅਤ ਅਜ਼ਮਤ ਮਹਿ ਪੂਰਨ ਹੋਇਓ। ਐਵੇਂ ਸੇਵਾ ਕਰਕੇ ਮਹਾਰਾਜ ਜੀ ਦੀ ਬਹੁਤ ਸ਼ਕਤੀਆਂ ਵਿੱਚ ਪੂਰਨ ਹੋ ਗਿਆ ਜਿੱਤਾ ਚੌਧਰੀ। ਜਨਮ ਮਰਨ ਕੋ ਸੰਸਾ ਖੋਇਓ। ਵੀ ਜੰਮ ਕੇ ਬੜਾ ਦੁੱਖ ਹੈ, ਮਰਨ ਦਾ ਬੜਾ ਦੁੱਖ ਹੈ। ਵੀ ਜੰਮ ਕੇ ਆਵਾਂਗਾ, ਮਰ ਲੱਗਿਆਂ ਬੜਾ ਦੁੱਖ ਪਾਵਾਂਗਾ। ਇਹ ਜਿਹੜਾ ਸੰਸਾ ਸੀ ਨਾ ਇਹ ਸਾਧ ਸੰਗਤ ਜੀ ਖੋ ਦਿੱਤਾ, ਨਾਸ ਕਰ ਦਿੱਤਾ। ਤੇ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰ ਲਈ ਹੈ। ਜੰਮਣ ਮਰਨ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਵੀ ਗੁਰੂ ਦੀ ਸੇਵਾ ਨਾਲ ਸੁਖ ਪੈਦਾ ਹੁੰਦਾ, ਸ਼ਕਤੀਆਂ ਆ ਜਾਂਦੀਆਂ। ਤੇ ਸਾਧ ਸੰਗਤ ਜੀ ਜੰਮਣ ਮਰਨ ਦਾ ਮਿਟ ਜਾਂਦਾ ਰੋਗ, ਇਹ ਦੁੱਖ ਮਿਟ ਜਾਂਦਾ। ਤੇ ਕਾਲ ਦਾ ਵਸ ਨਹੀਂ ਚੱਲਦਾ ਉਹਨਾਂ 'ਤੇ, ਸਮੇਂ ਦਾ ਵਸ ਨਹੀਂ ਚੱਲਦਾ ਉਹਨਾਂ ਸੰਤਾਂ ਮਹੰਤਾਂ ਦੇ ਜਿਹੜੇ ਪਰਮੇਸ਼ਰ ਗੁਰੂ ਦੀ ਸੇਵਾ ਕਰਦੇ ਹੈ। ਇਵੇਂ ਅਜਿੱਤੇ ਚੌਧਰੀ ਜਿਹੜਾ ਹੈ ਸੇਵਾ ਕਰੀ ਕਰਾਈ ਜਾਂਦਾ ਹੈ। ਘਰ ਵਿੱਚ ਹੀ ਰੱਬ ਹੈ। ਤੇ ਜੋ ਗੁਰੂ ਜੀ ਦਾ ਸੱਸ ਸਹੁਰਾ ਉਹ ਰੌਲਾ ਪਾਈ ਜਾਂਦੇ ਆ ਵੀ ਸਾਡੇ ਗਲ ਪਈਆਂ, ਇਹ ਗਲ ਪਿਆ ਪਰਿਵਾਰ, ਇਹਨਾਂ ਨੂੰ ਅਸੀਂ ਕਿੱਥੋਂ ਪਾਲੀਏ, ਕਿੱਥੋਂ ਮੈਂ ਇੰਨਾ ਖਰਚਾ ਚੁੱਕਾਂ। ਇੱਧਰ ਅਜਿੱਤਾ ਚੌਧਰੀ ਕਹਿੰਦਾ ਵੀ ਮੈਂ ਸੇਵਾ ਖੱਟ ਲਵਾਂ ਚਲੋ ਜਿੰਨਾ ਸਮਾਂ ਹੈ। ਅਤੇ ਉਹ ਸੇਵਾ ਕਮਾਈ ਹੈ ਅਤੇ ਸੇਵਾ ਦੇ ਫਲ ਕਰਕੇ ਜਿੱਤਾ ਚੌਧਰੀ ਬਹੁਤ ਸ਼ਕਤੀਆਂ ਵਾਲਾ ਹੋ ਗਿਆ। ਸਾਧ ਸੰਗਤ ਜੀ ਜੰਮਣ ਮਰਨ ਦਾ ਜਿਹੜਾ ਸੰਸਾ ਭਰਮ ਖੋਹ ਲਿਆ। ਇਵੇਂ ਇਹ ਗੁਰੂ ਸਾਹਿਬ ਜੀ ਨੂੰ ਵੇਖ ਲਓ ਅਗਿਆਨ ਵਿੱਚ ਕੀ ਕੁਝ ਕਹੀ ਜਾ ਰਹੇ ਹੈ। ਇਹ ਜਿੰਨਾ ਚਿਰ ਸਾਧ ਸੰਗਤ ਜੀ ਅਗਿਆਨ ਹੈ ਨਾ ਮਨ ਵਿੱਚ ਬੇਸਮਝੀ ਹੈ, ਉਹ ਮਾਇਆ ਦਾ ਪ੍ਰਭਾਵ ਜ਼ਿਆਦਾ ਪੈਂਦਾ ਹੈ। ਪੈਸੇ ਕਰਕੇ ਆਹ ਦੁਨਿਆਵੀ ਪਦਾਰਥ ਵੇਖ ਕੇ ਦੂਸਰਿਆਂ ਦੇ ਘਰ ਬਾਹਰ ਵੇਖ ਕੇ ਮਨ ਮੱਚੀ ਸੜੀ ਜਾਂਦਾ ਵੀ ਸਾਡਾ ਕਿਉਂ ਨਹੀਂ ਇਸ ਤਰ੍ਹਾਂ ਹੋ ਸਕਦਾ। ਅਤੇ ਪਰ ਸਾਧ ਸੰਗਤ ਜੀ ਦੇ ਪਰਮੇਸ਼ਰ ਵੱਲੋਂ ਹੀ ਜੋ ਸਾਡੀ ਲਿਖਤ ਲਿਖ ਗਈ ਹੈ ਉਹਨੂੰ ਆਪਾਂ ਹੁਣ ਕਿਵੇਂ ਮਿਟਾ ਸਕਦੇ ਹਾਂ। ਸਾਡਾ ਧਰਮ ਇਹ ਹੈ ਅਸਲ ਵਿੱਚ ਵੀ ਜਿਹੜੇ ਜਨਮ ਨੂੰ ਹੀ ਹੁਣ ਧਾਰਨ ਕਰ ਲਿਆ। ਇਹ ਬ੍ਰਹਮ ਗਿਆਨੀਆਂ ਦੇ ਵੀ ਸਾਧ ਸੰਗਤ ਜੀ ਉਹ ਵੀ ਸਰੀਰ ਕਰਕੇ ਦੁੱਖ ਲੈਂਦੇ ਇੱਥੇ ਆ ਕੇ। ਉਹ ਕਿਵੇਂ ਵੀ ਗੁਰੂ ਘਰ ਦਾ ਇਹ ਸਿਧਾਂਤ ਹੈ ਵੀ ਜਿਸ ਦੁੱਖਾਂ ਨੂੰ ਭੋਗਣ ਵਾਸਤੇ ਅਸੀਂ ਸਰੀਰ ਧਾਰਿਆ ਉਹ ਭੋਗਣੇ ਪੈਣੇ। ਗੁਰੂ ਦੀ ਸੇਵਾ ਕਰਾਂਗੇ ਤਾਂ ਉਹ ਜਿਹੜੀਆਂ ਸੂਲੀ ਤੋਂ ਸੂਲ ਹੁੰਦੇ ਜਾਣਗੇ, ਦੁੱਖ ਘਟਦੇ ਜਾਣਗੇ। ਪਰ ਜਿਹੜੇ ਪਿਛਲੇ ਜਨਮਾਂ ਦੇ ਮਾੜੇ ਕੰਮ ਕੀਤੇ ਤੇ ਹਜੇ ਹੋਰ ਜਨਮ ਧਾਰਨੇ ਹੈ। ਜੇ ਆਪਾਂ ਬੰਦਗੀ ਕਰਾਂਗੇ, ਗੁਰੂ ਦੀ ਸੇਵਾ ਕਰਾਂਗੇ, ਪਿਛਲੇ ਜਿਹੜੇ ਮਾੜੇ ਕੰਮਾਂ ਕਰਕੇ ਜਨਮ ਮਿਲਣੇ ਉਹ ਪਿਛਲੇ ਸਾਰੇ ਕਰਮ ਮਾਫ ਖਤਮ ਹੋ ਜਾਣਗੇ। ਸੇਵਾ ਕਰਨ ਦਾ ਇਹ ਫਲ ਹੈ।
ਜਿਹੜੇ ਆਪਾਂ ਹੁਣ ਸੇਵਾ ਕਰਾਂਗੇ ਤੇ ਇਹਦਾ ਕੋਈ ਨਾ ਸਾਨੂੰ ਫਲ ਹੈ, ਨਾ ਕੋਈ ਮਾੜਾ ਹੈ, ਨਾ ਮਾੜੇ ਕੰਮ ਜਿਹੜੇ ਕੋਈ ਕਰਦੇ ਲੋਕ ਇਹੋ ਜਿਹੇ ਸਭ ਮਿਟ ਜਾਣਗੇ। ਭਾਵ ਇਸ ਜਨਮ 'ਚ ਜਿਹੜੇ ਅਸੀਂ ਕਰਮ ਕਰਾਂਗੇ ਚੰਗੇ ਮੰਦੇ ਜੋ ਵੀ, ਉਹਨਾਂ ਦਾ ਕੋਈ ਫਲ ਨਹੀਂ ਮਿਲੇਗਾ ਅਗਲਿਆਂ 'ਚ। ਪਿਛਲੇ ਜਿਹੜੇ ਇਕੱਠੇ ਹੋਏ ਉਹ ਖਤਮ ਹੋ ਜਾਣਗੇ, ਅਤੇ ਜਿਨ੍ਹਾਂ ਕਰਕੇ ਅਸੀਂ ਸਰੀਰ ਧਾਰਿਆ ਭੋਗਣ ਵਾਸਤੇ ਉਹ ਭੋਗਣੇ ਹੀ ਪੈਣਗੇ। ਇਹ ਤਾਂ ਹੀ ਜਿਹੜੇ ਸੰਤ ਮਹਾਂਪੁਰਸ਼ ਹੈ ਉਹਨਾਂ ਦਾ ਤੁਸੀਂ ਕਿਤੇ ਵੇਖ ਲਿਓ ਵੀ ਉਹ ਲੋਕਾਂ ਦੇ ਕਿੰਨੇ ਰੋਗ ਦੂਰ ਕਰਦੇ, ਪਰ ਆਪ ਉਹ ਕਿਸੇ ਵੇਲੇ ਅੰਤਲੇ ਸਮੇਂ ਬਿਮਾਰ ਪੈ ਜਾਂਦੇ, ਸਰੀਰ ਛੱਡ ਜਾਂਦੇ ਹੈ। ਅਸਲ ਵਿੱਚ ਉਹ ਜਿਹੜੀ ਪ੍ਰਾਰਬਧ ਪਈ ਨਾ ਪਿਛਲੀ, ਵੀ ਜਿਹਦੇ ਕਰਕੇ ਸਰੀਰ ਮਿਲਿਆ ਭੋਗਣ ਵਾਸਤੇ, ਉਹ ਸਾਧ ਸੰਗਤ ਜੀ ਭੋਗਣੀ ਪੈਂਦੀ ਹੈ। ਅਤੇ ਸਾਨੂੰ ਸਗੋਂ ਗੁਰੂ ਮਹਾਰਾਜ 'ਤੇ ਰੋਸ ਕਰਨ ਦੀ ਬਜਾਏ ਵੀ ਮਹਾਰਾਜ ਦੁੱਖ ਆ ਰਿਹਾ, ਬੰਦਗੀ ਕਰਨੀ ਚਾਹੀਦੀ ਸਾਧ ਸੰਗਤ ਜੀ, ਕਿਉਂਕਿ ਗਾਹ ਨਾ ਕਿਤੇ ਦੁੱਖ ਮਿਲੇ, ਅਗਲਾ ਜਨਮ ਨਾ ਫੇਰ ਕਿਤੇ ਉਹੋ ਜਿਹਾ ਮਾੜਾ ਹੀ ਮਿਲ ਜੇ, ਹੋਰ ਦਰੋਣਾ ਪੈ ਜਾਏ। ਜੇ ਆਪਾਂ ਹੁਣ ਬੰਦਗੀ ਕਰਾਂਗੇ ਤਾਂ ਗਾਹ ਦੁੱਖ ਨਹੀਂ ਪਾਵਾਂਗੇ। ਜੇ ਪੂਰਨ ਬੰਦਗੀ ਕਰ ਲਈ ਤਾਂ ਗੁਰੂ ਚਰਨਾਂ 'ਚ ਨਿਵਾਸ, ਜੇ ਬੰਦਗੀ ਇੱਛਾ ਧਾਰ ਕੇ ਕਰ ਲਈ ਵੀ ਮਹਾਰਾਜ ਸਾਡੇ ਵੀ ਇਸੇ ਤਰ੍ਹਾਂ ਮਹਿਲ ਮਾੜੀਆਂ, ਸਾਡੇ ਵੀ ਚੰਗੇ ਘਰ-ਬਾਰ ਹੋਣ, ਫਿਰ ਉਹ ਸਾਨੂੰ ਸਭ ਪ੍ਰਾਪਤ ਹੋ ਜਾਏਗਾ ਜੇ ਇਸ ਜਨਮ 'ਚ ਆਪਾਂ ਸੇਵਾ ਕਰਾਂਗੇ। ਆ ਕਈਆਂ ਦੀ ਤਾਂ ਚੜ੍ਹਦੀ ਕਲਾ ਇਸੇ ਤਰ੍ਹਾਂ ਹੀ ਹੋ ਜਾਂਦੀ ਹੈ, ਕੁਝ ਸਮਾਂ ਸੇਵਾ ਕਰਦੇ ਹੈ 2 4 5 10 ਸਾਲ, ਅਤੇ ਮਹਾਰਾਜ ਫਿਰ ਬਹੁਤ ਚੜ੍ਹਦੀ ਕਲਾ ਕਰ ਦਿੰਦਾ ਹੈ। ਇਹ ਪੂਰਬਲੇ ਸਾਧ ਸੰਗਤ ਜੀ ਕਰਮਾਂ ਦਾ ਫਲ ਹੈ। ਨਹੀਂ ਤਾਂ ਕਿਹੜਾ ਮਨੁੱਖ ਚਾਹੁੰਦਾ ਵੀ ਮੈਂ ਦੁੱਖ ਹੋਵਾਂ, ਦੁਖੀ ਹੋਵਾਂ। ਸਭ ਸੁੱਖ ਹੀ ਚਾਹੁੰਦੇ ਹੈ। ਸਭ ਸੁੱਖ ਮੰਗੈ ਨਾਮ ਵਿਸਾਰੀ। ਇਹ ਨਾਮ ਤੋਂ ਭੁੱਲਣ ਕਰਕੇ ਸਾਨੂੰ ਇਸ ਜਨਮ ਵਿੱਚ ਦੁੱਖ ਹੈ। ਅਸੀਂ ਫੇਰ ਨਹੀਂ ਜਪਦੇ, ਅਸੀਂ ਫੇਰ ਚਾਹੁੰਦੇ ਵੀ ਸੁੱਖ ਮਿਲੇ ਪਰ ਨਾਮ ਨਾ ਜਪੀਏ। ਪਰ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਦੀ ਸੁੱਖ ਨਹੀਂ ਹੈ। ਸੁੱਖ ਨਾ ਹੀ ਰੇ ਹਰ ਭਗਤ ਬਿਨਾ। ਆਪਾਂ ਇੱਥੇ ਗੁਰੂ ਮਹਾਰਾਜ ਚਰਨਾਂ ਵਿੱਚ ਆਉਂਦੇ ਹਾਂ, ਸੰਗਤ ਕਰਦੇ ਹਾਂ, ਜਿੰਨੀ ਕੁ ਮੱਤ ਸਮੱਤ ਮਹਾਰਾਜ ਬਖਸ਼ਦੇ ਹੈ, ਮੱਤ ਬੁੱਧ ਬਖਸ਼ਦੇ ਹੈ, ਉਹ ਗੁਰੂ ਚਰਨਾਂ ਵਿੱਚ ਜੁੜ ਕੇ ਚਲੋ ਜੋ ਵਿਚਾਰ ਮਹਾਰਾਜ ਕਰਾਉਂਦੇ ਆ, ਆਪਾਂ ਆਪਣਾ ਭਲਾ ਕਰ ਰਹੇ ਹਾਂ। ਸਾਧ ਸੰਗਤ ਜੀ ਆਪਾਂ ਗੁਰੂ ਨੂੰ ਇੱਥੇ ਕੀ ਦੇ ਰਹੇ ਹਾਂ? ਅਸੀਂ ਗੁਰੂ ਨੂੰ ਕੀ ਕਹਿ ਸਕਦੇ? ਮਹਾਰਾਜ ਤੁਹਾਡੀ ਕਥਾ ਕਰਦੇ ਹਾਂ, ਤੁਹਾਡੇ ਦਰ 'ਤੇ ਬਹਿੰਦੇ ਹਾਂ, ਤੁਸੀਂ ਸਾਨੂੰ ਆਹ ਦਿਓ। ਅਸੀਂ ਗੁਰੂ ਨੂੰ ਕਹਿਣ ਦਾ ਸਾਡਾ ਕੋਈ ਫਰਜ਼ ਹੀ ਨਹੀਂ ਹੈ। ਉਹ ਪਰਮੇਸ਼ਰ ਨੂੰ ਆਪੇ ਫਿਕਰ ਹੈ ਵੀ ਜਿਹੜੇ ਸਾਡੇ ਦਰ 'ਤੇ ਆਏ ਉਹਨਾਂ ਨੂੰ ਕੀ ਦੇਣਾ ਹੈ। ਕਿਸੇ ਦੇ ਘਰ ਆਪਾਂ ਥੋੜ੍ਹਾ ਬਹੁਤ ਹੀ ਕੰਮ ਕਰਾਂਗੇ ਅਤੇ ਅਗਲੇ ਨੂੰ ਇਹ ਗੱਲ ਮਨ 'ਚ ਆਉਂਦੀ ਵੀ ਭਾਈ ਨਹੀਂ ਇਹਦਾ ਸਤਿਕਾਰ ਕਰਕੇ ਭੇਜਣਾ ਹੈ। ਅਤੇ ਜਿਹੜਾ ਹੈ ਪਰਮਾਤਮਾ, ਜਿਹੜਾ ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਅਤੇ ਸਾਧ ਸੰਗਤ ਜੀ ਜਿਹੜਾ ਸਾਰੇ ਅਜਾਨੇ, ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਵੀ ਦੇਈ ਜਾਂਦਾ। ਫਿਰ ਜਿਹੜੇ ਉਹਦੇ ਚਰਨਾਂ 'ਚ ਆਉਣਗੇ ਉਹ ਕਿਵੇਂ ਵਿਚਾਰੇ ਰਹਿ ਸਕਦੇ ਹੈ? ਉਹ ਪਰਮਾਤਮਾ ਸਭ ਦੀ ਸੁਣਦਾ ਹੈ। ਅਤੇ ਇਹ ਜਿਵੇਂ ਗੁਰੂ ਜੀ ਦੇ ਸੱਸ ਸਹੁਰਾ ਬੋਲੀ ਬਾਲੀ ਜਾਂਦੇ ਹੈ, ਇਸੇ ਤਰ੍ਹਾਂ ਹੀ ਭਗਤ ਜੋ ਕਬੀਰ ਮਹਾਰਾਜ ਸਨ, ਅਤੇ ਉਹਨਾਂ ਦੇ ਮਾਤਾ ਜੀ ਦਾ ਵੀ ਇਹੀ ਹਾਲ ਸੀ। ਉਹ ਵੀ ਰਾਤ ਦਿਨ ਬਸ ਭਗਤ ਕਬੀਰ ਜੀ ਨੂੰ ਜੋ ਮੁੱਖ 'ਚ ਆਉਣਾ ਉਹ ਕਹੀ ਜਾਣਾ ਬਸ। ਅਤੇ ਉਹ ਕਿਆ ਕਰਦੇ ਸਨ, ਐਵੇਂ ਗਵਾਂਢੀਆਂ ਕੋਲ, ਕਦੀ ਜਠਾਣੀਆਂ ਕੋ, ਕਦੀ ਦਰਾਣੀਆਂ ਕੋ, ਅਤੇ ਰੋ ਰੋ ਕੇ ਕਹਿਣਾ। ਉਹ ਭਗਤ ਕਬੀਰ ਜੀ ਨੇ ਬਾਣੀ ਵਿੱਚ ਲਿਖਿਆ ਹੋਇਆ, ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵਹਿ ਰਗਰਾਈ। ਵੇਖ ਲਓ ਮਾਂ ਤਾਂ ਇੱਥੋਂ ਤੱਕ ਚੱਲ ਜਾਂਦੀ ਹੈ। ਕਹਿੰਦੇ ਵੀ ਕਬੀਰ ਭਗਤ ਜੀ ਦੀ ਮਾਤਾ ਡੁੱਸ ਡੁੱਸ ਕਰਕੇ ਰੋਂਦੀ ਹੈ, ਹੌਕੇ ਭਰ ਭਰ ਕੇ। ਅਤੇ ਕੀ ਕਹਿੰਦੀ ਹੈ? ਕਹਿੰਦੀ ਹੈ ਜਿਹੜਾ ਬੱਚਾ ਨਾ ਸਾਡਾ ਕਬੀਰ, ਹੇ ਪਰਮੇਸ਼ਰ ਮਰ ਕਿਉਂ ਨਹੀਂ ਗਿਆ, ਇਹ ਜਿੰਦਾ ਕਿਉਂ ਤੁਰਿਆ ਫਿਰਦਾ ਇੱਥੇ, ਇਹਨੇ ਤਾਂ ਸਾਡੀ ਕੁਲ ਦਾ ਹੀ ਨਾਸ ਕਰਕੇ ਰੱਖ ਦਿੱਤਾ ਹੈ। ਅਤੇ ਕਿਸੇ ਨੇ ਪੁੱਛਿਆ ਵੀ ਮਾਤਾ ਤੂੰ ਇਹਨਾਂ ਗੁੱਸਾ ਕਿਉਂ ਕਰਦੀ ਹੈ, ਕੀ ਹੋ ਗਿਆ ਹੈ? ਕਹਿਣ ਲੱਗੀ ਤਨਨਾ ਬੁਨਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਕਹਿਣਾ ਕੀ ਹੈ? ਸਾਡਾ ਜਲਾਹੇ ਪਣੇ ਦਾ ਕੰਮ ਸੀ, ਇਹ ਅਸੀਂ ਖੱਡੀਆਂ ਲਾਉਂਦੇ ਸਾਂ। ਇਹ ਕਬੀਰ ਨੂੰ ਦਿੱਤਾ ਕੰਮ, ਇਹ ਨਾ ਦੇ ਕੁਝ ਬਣਾਉਂਦੇ, ਧਾਗਾ ਹੀ ਬੁਣਦਾ ਹੈ, ਨਾ ਕੁਝ ਤਣਦਾ ਹੀ ਹੈ। ਇਹ ਤਾਂ ਸਾਰਾ ਕੁਝ ਹੀ ਸਾਡੇ ਲੜਕੇ ਕਬੀਰ ਨੇ ਛੱਡ ਦਿੱਤਾ ਹੈ। ਅਤੇ ਕੀ ਕਰ ਲਿਆ ਇਹਨੇ? ਹਰ ਕਾ ਨਾਮ ਲਿਖ ਲਿਓ ਸਰੀਰ। ਬਸ ਰਾਮ 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 ਐਵੇਂ ਕਰੀ ਜਾਂਦਾ, ਪਤਾ ਨਹੀਂ ਇਹਨੂੰ ਕੀ ਮਿਲਦਾ ਹੈ।
ਤੇ ਇਹ ਅਸੀਂ ਤੇ ਇਹੀ ਕਹਿੰਦੇ ਹੈ ਪਰਮੇਸ਼ਰ ਬਾਰਕ ਕੈਸੇ ਜੀਵੈ ਰਗਰਾਈ, ਇਹ ਜਿੰਦਾ ਕਿਵੇਂ ਤੁਰਿਆ ਫਿਰਦਾ, ਮਰ ਕਿਉਂ ਨਹੀਂ ਗਿਆ। ਇੱਕ ਸ਼ਬਦ ਹੋਰ ਆਉਂਦਾ ਗੁਰਬਾਣੀ ਵਿੱਚ, ਉੱਥੇ ਵੀ ਮਾਤਾ ਜੀ ਤੇ ਬਹੁਤਾ ਹੀ ਗੁੱਸੇ ਵਿੱਚ ਆ ਕੇ ਕਹਿ ਰਹੇ ਹੈ, ਕਹਿਣ ਲੱਗੇ ਸੁਨਹੁ ਜਠਾਨੀ ਸੁਨਹੁ ਦਿਰਾਨੀ, ਅਚਰਜ ਏਕ ਭਇਓ, ਸਾਤ ਸੂਤ ਇਨ ਮੁੰਡੀਏ ਖੋਏ, ਇਹ ਮੁੰਡਿਆ ਕਿਉਂ ਨਾ ਮੋਇਓ। ਕਹਿਣ ਲੱਗੇ ਹੇ ਜਠਾਣੀ ਹੇ ਦਰਾਣੀ, ਬੜੀ ਅਚਰਜ ਦੀ ਗੱਲ ਹੋ ਗਈ ਇੱਕ। ਉਹ ਕਹਿਣ ਲੱਗੇ ਵੀ ਕੀ ਹੋ ਗਿਆ ਕਬੀਰ ਦੇ ਮਾਤਾ ਜੀ, ਕੀ ਹੋ ਗਿਆ, ਕੀ ਅਚਰਜ ਗੱਲ ਹੋ ਗਈ। ਕਹਿਣ ਲੱਗੇ ਸਾਤ ਸੂਤ ਇਨ ਮੁੰਡੀਏ ਖੋਏ, ਆਹ 7 ਸੂਤ ਦੇ ਪਿੰਨੇ ਨੇ ਮੁੰਡੇ ਨੇ ਗਵਾ ਦਿੱਤੇ ਆ। ਮੈਂ ਕਹਿੰਦੀ ਇਹ ਮੁੰਡਾ ਕਿਉਂ ਨਹੀਂ ਮਰ ਗਿਆ। ਇਹ ਕਬੀਰ ਮਾਰੀ ਜਾਏ ਤੇ ਚੰਗੀ ਗੱਲ ਹੈ, ਇਹਨੇ ਤਾਂ ਸਾਡੇ ਨੱਕ 'ਚ ਦਮ ਕਰ ਦਿੱਤਾ, ਇਹ ਕਾਹਦਾ ਨਾਮ ਲੈਣ ਲੱਗ ਪਿਆ। ਮੈਂ ਤੁਹਾਨੂੰ ਪੁੱਛਦੀ ਹਾਂ, ਹਮਾਰੇ ਕੁਲ ਕੌਨੇ ਰਾਮ ਕਹਿਓ। ਕਹਿਣ ਲੱਗੀ ਸਾਡੇ ਘਰ ਵਿੱਚ ਅੱਜ ਤੱਕ ਦੱਸੋ ਵੀ ਕਿੰਨੇ ਸਾਡੇ ਕੁਲ 'ਚ ਪਰਮੇਸ਼ਰ ਦਾ ਨਾਮ ਲਿਆ ਹੈ ਕੋਈ ਪਹਿਲਾਂ ਹੋਇਆ। ਇਹ ਲੜਕੇ ਨੇ ਤੇ ਹੱਥ ਚੁੱਕ ਦਿੱਤੀ ਹੈ, ਜਦੋਂ ਵੇਖੋ ਰਾਮ ਰਾਮ, ਜਦੋਂ ਵੇਖੋ ਰਾਮ ਰਾਮ, ਇਹਦੀ ਰਾਮ ਰਾਮ ਹੀ ਨਹੀਂ ਖਤਮ ਹੋ ਰਹੀ। ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁੱਖ ਨਾ ਭਇਓ। ਕਹਿਣ ਲੱਗੀ ਮਾਤਾ ਇਹ ਜਦੋਂ ਦੀ ਕਬੀਰ ਨੇ ਮਾਲਾ ਲੈ ਲਈ ਨਾ ਹੱਥ ਵਿੱਚ, ਹੇ ਜਠਾਣੀ ਦਰਾਣੀ ਤੇ ਇੰਨੇ ਦੁਖੀ ਹੋ ਗਏ, ਸੁੱਖ ਦੀ ਕਿਤੇ ਘੜੀ ਵੇਖੀ ਨਹੀਂ। ਇਹ ਤਾਂ ਇਹੋ ਜਿਹੀ ਹਾਲਤ ਹੋ ਗਈ, ਉਹ ਸਾਧੂ ਆ ਜਾਂਦੇ ਕੱਛ ਵਿੱਚ ਕਿਤਾਬਾਂ ਲੈ ਕੇ, ਪਤਾ ਨਹੀਂ ਕੀ ਗ੍ਰੰਥ ਰੱਖੇ ਹੁੰਦੇ ਹੈ, ਉਹ ਆ ਜਾਂਦੇ ਘਰ, ਉਹਨਾਂ ਨੂੰ ਇਹ ਬਿਠਾ ਦਿੰਦਾ ਆਸਣਾ ਦੇ, ਤੇ ਸਾਡੇ ਲਈ ਭੁੰਜੇ ਚਟਾਈਆਂ ਵਿਛਾ ਦਿੰਦਾ, ਉਹਨਾਂ ਨੂੰ ਰੋਟੀਆਂ ਸਾਨੂੰ ਚੌਲ ਦੇ ਦਿੰਦਾ ਹੈ। ਇਹ ਤਾਂ ਕਮਾਲ ਕਰ ਦਿੱਤੀ ਹੈ ਸਾਡੇ ਲੜਕੇ ਨੇ। ਅਸੀਂ ਤਾਂ ਕਹਿੰਦੇ ਹਾਂ ਵੀ ਸੁੱਖ ਨਹੀਂ ਲਿਆ, ਇਹ ਤਾਂ ਲੜਕਾ ਨਾ ਹੀ ਰਹੇ, ਇਹ ਤਾਂ ਮਾਰੀ ਜਾਏ। ਆ ਮਾਤਾ ਵੇਖ ਲਓ, ਇਹ ਤਾਂ ਤੁਹਾਨੂੰ ਦੱਸਿਆ ਵੀ ਭਗਤ ਜੀ ਦੇ ਮਾਤਾ ਜੀ ਵੀ ਇਹੀ ਕੁਝ ਹੈ। ਇਹ ਗੁਰਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਵੀ ਭਗਤਾ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਸੰਸਾਰੀ ਲੋਕ ਹੈ ਨਾ, ਜਿਹੜੇ ਕੰਮ ਧੰਦਿਆਂ ਵਾਲੇ, ਗ੍ਰਸਤੀ ਜੀਵਨ ਨੂੰ ਆਪਣੇ ਆਪ ਬਹੁਤਾ ਮੰਨਦੇ ਵੀ ਅਸੀਂ ਬੜੇ ਗ੍ਰਸਤੀ ਹਾਂ, ਕਹਿੰਦੇ ਉਹਨਾਂ ਦਾ ਭਗਤਾਂ ਨਾਲ ਮਹਾਰਾਜ ਕਹਿੰਦੇ ਜੋੜ ਨਹੀਂ ਕਦੀ ਆਇਆ, ਮੇਲ ਮਿਲਾਪ ਨਹੀਂ ਹੁੰਦਾ। ਉਹ ਰੱਬ ਦੇ ਪਿਆਰਿਆਂ ਨੇ ਗੱਲ ਕਰਨੀ ਵੀ ਨਾਮ ਜਪਣ ਦੀ, ਸੰਸਾਰੀ ਲੋਕਾਂ ਨੇ ਗੱਲ ਕਰਨੀ ਕੰਮ ਧੰਦੇ ਦੀ, ਇਸੇ ਗੱਲ ਤੋਂ ਹੀ ਅਣਬਣ ਬਣੀ ਰਹਿੰਦੀ ਉਹਨਾਂ ਦੀ ਆਪੋ ਵਿੱਚ। ਭਗਤ ਕੁਝ ਕਹਿੰਦੇ ਨਹੀਂ ਹੈ ਅਤੇ ਸੰਸਾਰੀ ਲੋਕ ਨਿੰਦਰੋਂ ਭੰਡਰੋਂ ਨਹੀਂ ਹਟਦੇ। ਉਹਨਾਂ ਜਿੱਥੇ ਖਿਲਾਉਣਾ ਲਓ, ਇਹਨੇ ਤਾਂ ਜੀ ਖਲਾਰਾ ਪਾਇਆ, ਇਹਨੇ ਤਾਂ ਗੰਦ ਪਾਇਆ, ਆਹ ਕੰਮ ਕੀਤੇ ਤੋਂ ਬਿਨਾਂ ਕਿਵੇਂ ਗੱਡੀ ਚੱਲੇਗੀ ਭਲਾ ਹੈ, ਆਹ ਕੰਮ ਕੀਤੇ ਤੋਂ ਬਿਨਾਂ ਕਿਵੇਂ ਰਹੇਗਾ, ਕਿਵੇਂ ਰਹਾਂਗੇ ਅਸੀਂ, ਕਿਵੇਂ ਲੋਕ ਰਹਿਣਗੇ, ਇਹ ਕਿਵੇਂ ਰਹੇਗਾ। ਉਹਨਾਂ ਨੇ ਆਪਣੇ ਢੰਡੋਰਾ ਪਿੱਟੀ ਜਾਣਾ ਹੈ। ਅਤੇ ਸੰਤਾਂ ਭਗਤਾਂ ਨੂੰ ਪਤਾ ਵੀ ਮਹਾਰਾਜ ਜਿਹੜਾ ਜਨਮ ਮਿਲਿਆ ਤੇਰੇ ਲੇਖੇ ਲਾਉਣਾ ਹੈ, ਉਹਨਾਂ ਚੁੱਪ ਕਰਕੇ ਆਪਣੀ ਬੰਦਗੀ ਕਰੀ ਜਾਣੀ ਹੈ ਅਤੇ ਸੰਸਾਰੀਆਂ ਨੇ ਰੌਲਾ ਪਾਈ ਜਾਣਾ ਹੈ। ਤਾਂ ਹੀ ਵੇਖ ਲਓ ਗੁਰੂ ਸਾਹਿਬ ਜੀ ਦੇ ਬਚਨ ਹੈ, ਕੋਈ ਮੇਰੇ ਤਾਂ ਹੈ ਨਹੀਂ ਹੈ, ਜਾਂ ਮੈਂ ਆਪਣੇ ਕੋਲੋਂ ਪਲੇਥੜ ਲਾ ਕੇ ਜਾਂ ਕਿਸੇ ਨੂੰ ਸੁਣਾਉਣ ਵਾਸਤੇ ਨਹੀਂ ਕਹਿ ਰਿਹਾ, ਗੁਰਬਾਣੀ ਵਿੱਚ ਹੀ ਸਾਰਾ ਕੁਝ ਆ ਰਿਹਾ ਵੀ ਭਗਤਾਂ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ। ਇਹੋ ਜਿਹੀ ਹਾਲਤ ਹੋ ਜਾਂਦੀ। ਅਤੇ ਉਹ ਕੀ ਕਹਿੰਦੇ ਮਹਾਰਾਜ ਵੀ ਭਗਤ ਆਪੇ ਮੇਲਿਆ ਨਾ ਜਿਨੀ ਸੱਚੋ ਸੱਚ ਕਮਾਇਆ। ਜਿਨ੍ਹਾਂ ਨੇ ਸੱਚੋ ਸੱਚ ਪਰਮੇਸ਼ਰ ਦੀ ਭਗਤੀ ਸੇਵਾ ਨੂੰ ਕਮਾਇਆ, ਉਹ ਗੁਰੂ ਨੇ ਆਪਣੇ ਨਾਲ ਮੇਲ ਲਏ ਆ। ਲੋਕ ਵਿਚਾਰੇ ਰੌਲਾ ਪਾਈ ਜਾਂਦੇ, ਕਹਿੰਦੇ ਗੁਰਦੁਆਰਿਓਂ ਨਹੀਂ ਨਿਕਲਦਾ ਏ, ਅਤੇ ਹੁਣ ਉਹ ਗੁਰੂ ਨੇ ਉਹਨੂੰ ਆਪਣੇ ਚਰਨ ਬਖਸ਼ੇ ਆ। ਅਤੇ ਸਾਧ ਸੰਗਤ ਜੀ ਨਹੀਂ ਤਾਂ ਕਿਹੜਾ ਗੁਰੂ ਘਰ ਬੈਠਾ ਰਹੇ, ਅਸੀਂ ਤਾਂ 10 ਮਿੰਟ ਨਹੀਂ ਬਹਿ ਸਕਦੇ। ਆਉਨੇ ਮਗਰੋਂ ਪਹਿਲਾਂ ਘਰ ਦਾ ਦਿਖਦਾ ਵੀ ਘਰ ਚੱਲੀਏ ਹੁਣ, ਆ ਸਵੇਰ ਦੇ ਕਈ ਕਹਿਣਗੇ 2 ਘੰਟੇ ਲਾ ਕੇ, ਆ ਸਵੇਰ ਦੇ ਨਿਕਲੇ ਹੁਣ ਘਰ ਵੀ ਵੇਖੀਏ ਕੰਮ ਧੰਦਾ। ਭਾਈ ਗੁਰੂ ਘਰ ਬਹਿਣਾ ਬੜਾ ਔਖਾ ਹੈ, ਇਹਦੇ ਭਗਤਾਂ ਦੇ ਹਿੱਸੇ ਆਇਆ, ਇਹਦੇ ਬੜੇ ਭਾਗ ਚੰਗੇ ਹੋਣ ਪਰਮੇਸ਼ਰ ਦੇ ਚਰਨਾਂ 'ਚ ਬਹਿਣਾ ਮਿਲਦਾ। ਸਹਿ ਸਾਰੀ ਆਪ ਖੁਆਏ ਅਨ ਜਿਨੀ ਕੂੜ ਬੋਲ ਬੋਲ ਬਿਖ ਖਾਇਆ। ਮਹਾਰਾਜ ਕਹਿੰਦੇ ਜਿਹੜੇ ਸੰਸਾਰੀ ਲੋਕ ਹੈ ਨਾ, ਉਹਨਾਂ ਨੇ ਆਪਣੀ ਖੱਜਰ ਖੁਆਰੀ ਕਰ ਲਈ ਵਿਚਾਰਿਆਂ ਨੇ ਇੱਥੇ ਆ ਕੇ। ਉਹ ਝੂਠ ਹੀ ਬੋਲੀ ਜਾਂਦੇ ਆ, ਐ ਗਾਲਾਂ ਮੰਦਾ ਕਰੀ ਜਾਂਦੇ ਰਾਤ ਦਿਨ, ਅਤੇ ਚੱਲਣ ਸਾਰ ਨਾ ਜਾਣਨੀ। ਉਹ ਜਾਣਦੇ ਨਹੀਂ ਵੀ ਸੰਸਾਰ ਤੋਂ ਇੱਥੋਂ ਮਰ ਕੇ ਚਲੇ ਜਾਣਾ ਹੈ, ਇਹਦੀ ਉਹਨਾਂ ਨੂੰ ਖਬਰਸਾਰ ਨਹੀਂ ਹੈ। ਕਾਮ ਕ੍ਰੋਧ ਵਿਸ ਵਧਾਇਆ, ਗੁੱਸਾ ਹੀ ਵਧਾਈ ਜਾਂਦੇ, ਗੁੱਸਾ ਕਰੀ ਜਾਂਦੇ ਹੈ।
ਤੇ ਗੁੱਸੇ ਰੂਪੀ ਜ਼ਹਿਰ ਉਹ ਵਧਾਈ ਜਾਂਦੇ ਆ। ਇਹ ਸਾਧ ਸੰਗਤ ਜੀ ਗੁਰਬਾਣੀ ਵਿੱਚ ਹੀ ਆਉਂਦਾ। ਵੇਖ ਲਓ, ਇਹ ਕੋਈ ਮਹਾਰਾਜ ਦੇ ਆਛੇ ਨੂੰ ਸਮਝਣਾ ਸਾਡੇ ਵੱਸ ਦੀ ਗੱਲ ਨਹੀਂ ਹੈ। ਇਹ ਤਾਂ ਬਹੁਤ ਗੁਰੂ ਮਹਾਰਾਜ ਕਿਰਪਾ ਕਰ ਦੇਣ ਤਾਂ ਕਰਕੇ ਸਾਧ ਸੰਗਤ ਜੀ ਸਮਝ ਪੈਂਦੀ ਗੁਰੂ ਦੇ ਬਚਨਾਂ ਦੀ। ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੈ ਪਿਆ ਕਿਰਤ ਫਰਾਏ। ਗੁਰੂ ਮਹਾਰਾਜ ਕਹਿੰਦੇ ਮਨਮੁਖ ਲੋਕ ਨੂੰ ਸਮਝਾਈਏ ਨਾ, ਉਹ ਸਮਝਦਾ ਨਹੀਂ ਹੈ। ਗੁੱਸਾ, ਲੜਾਈ, ਝਗੜਾ, ਬਖੇੜਾ ਦੂਣਾ ਕਰਦਾ ਸਗੋਂ ਕਈ ਕੁਝ ਕਰਨ ਪੈਂਦਾ ਹੈ। ਪਰ ਮਹਾਰਾਜ ਕਹਿੰਦੇ ਆ ਵੀ ਮਨਮੁਖ ਰਲਾਇਆ ਨਾ ਰਲੈ। ਉਹਨੂੰ ਜੇ ਭਾਈ ਰਲਾਓ ਨਾਲ ਵੀ ਆ ਜਾ, ਨਾ ਇੱਦਾਂ ਕਰ, ਕੋਈ ਗੱਲ ਨਹੀਂ, ਛੱਡ ਦੇ ਗੁੱਸਾ, ਕਹਿੰਦੇ ਉਹ ਰਲਦਾ ਨਹੀਂ ਹੈ। ਅਤੇ ਉਹਦਾ ਕਾਰਨ ਕੀ ਹੈ? ਉਹਦੇ ਕਹਿੰਦੇ ਮੱਥੇ 'ਤੇ ਲੇਖ ਹੀ ਐਸੀ, ਕਿਰਤ ਹੀ ਐਸੀ ਪੈ ਗਈ ਵਿਚਾਰੇ ਦੀ ਕਿ ਉਹਨੇ ਵਿਚਾਰੇ ਨੇ ਭੁੱਲੇ ਭਟਕੇ ਰਹਿਣਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਮਾਤਾ ਪਿਤਾ ਵੀ ਗੁਰੂ ਜੀ ਨੂੰ ਝਿੜਕਦੇ ਰਹੇ ਆ ਕਿੰਨਾ, ਅਤੇ ਸੱਸ ਸਹੁਰਾ ਅਤੇ ਉਹਨਾਂ ਨੇ ਵੀ ਹੱਦ ਹੀ ਕਰ ਦਿੱਤੀ। ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤ ਸਰੂਪ ਆਪਣੇ ਜਿਹੜੇ ਤਿਆਗ ਅਵਸਥਾ ਤੋਂ ਕਦੀ ਹਟੇ ਨਹੀਂ। ਅਤੇ ਹੁਣ ਜਿਹੜਾ ਗੁਰੂ ਸਾਹਿਬ ਜੀ ਫਿਰ ਜਿਵੇਂ ਸਾਹਿਬਜ਼ਾਦੇ ਨੂੰ ਨਾਲ ਲੈ ਕੇ, ਮਾਤਾ ਜੀ ਨੂੰ ਨਾਲ ਲੈ ਕੇ ਕਰਤਾਰਪੁਰ ਵਸਾਉਣਾ ਕੀਤਾ। ਇੱਥੇ ਆ ਕੇ ਜਿਵੇਂ ਸੰਗਤਾਂ ਜੋੜਨ ਲੱਗੀਆਂ। ਇੱਥੇ ਇੱਕ ਬ੍ਰਾਹਮਣ ਸੀ ਜਿਹੜਾ ਪਖੰਡ ਤੌਰ 'ਤੇ ਜ਼ਿਆਦਾ ਪਵਿੱਤਰਤਾ ਜੀ ਕਰਨ ਪੈਂਦਾ ਸੀ। ਉਹਦੇ ਨਾਲ ਵੀ ਜਿਵੇਂ ਕੌਤਕ ਵਰਤਿਆ ਸਾਧ ਸੰਗਤ ਜੀ, ਉਹ ਪ੍ਰਸੰਗ ਅੱਗੇ ਆ ਜਾਣਾ। ਕੱਲ੍ਹ ਸਰਵਣ ਕਰ ਲਵਾਂਗੇ ਜਿਵੇਂ ਮਹਾਰਾਜ ਕਿਰਪਾ ਕਰਨਗੇ। ਹੁਣ ਆਪਾਂ ਇੱਥੇ ਹੀ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ, ਬਖਸ਼ ਲੈਣਾ ਜੀ। ਅਖੀਰਲੀ ਪੰਕਤੀ ਪੜ੍ਹ ਦਿਓ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ, ਮੂਲੇ ਕੋ ਪ੍ਰਸੰਗ ਵਰਣਨ ਨਾਮ 29ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਜਿਹੜੇ 29 ਅਧਿਆਏ ਉਹ ਸਮਾਪਤ ਹੋ ਗਏ ਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਸਰਬ ਪ੍ਰਕਾਰਨ ਸੇਵਾ ਜੋ ਕਰਹਿ ਜਿਤਾ ਹਿਤ ਤਰਸੋ, ਆਤ ਅਜ਼ਮਤ ਮਹਿ ਪੂਰਨ ਹੋਇਓ, ਜਨਮ ਮਰਨ ਕੋ ਸੰਸਾ ਖੋਇਓ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ, ਮੂਲੇ ਕੋ ਪ੍ਰਸੰਗ ਵਰਣਨ ਨਾਮ 29ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।